ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਬੇੜੇ ਨੇ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਬੇੜੇ ਨੇ, ਮਗਰ ਇਹ ਭੁੱਖ ਦਾ ਮਸਲਾ ਬੜਾ ਮੁਹਜ਼ੋਰ ਮਸਲਾ ਹੈ। ਮੈਂ ਕਿਹਾ ਉਹ ਪੰਜਾਬੀ 'ਚ ਵੀ ਸ਼ਬਦ ਉਹੀ ਆ, ਪਰ ਅਸੀਂ ਗਾਲ ਬਣਾਇਆ। ਕਿਵੇਂ ਬਣਾਇਆ? ਉਹਨੂੰ ਮਾਂ ਨਾਲ ਜੋੜ ਕੇ, ਭੈਣ ਨਾਲ ਜੋੜ ਕੇ। ਅਸੀਂ ਜੇ ਉਹ ਸ਼ਬਦ ਵਰਤ ਵੀ ਲਵਾਂਗੇ ਤਾਂ ਵੀ ਉਹਨੂੰ ਸਲੀਕੇ ਨਾਲ ਵਰਤਾਂਗੇ। ਤੁਸੀਂ ਜਦੋਂ ਵਰਤਦੇ ਹੋ, ਜਿੱਥੋਂ ਜਨਮ ਲੈਂਦੇ ਹੋ, ਜਿਹੜੇ ਰਸਤਿਓਂ ਜਨਮ ਲੈਂਦੇ ਹੋ, ਤੁਸੀਂ ਉਹਨੂੰ ਗਾਲ ਬਣਾ ਕੇ ਧਰਤਾ। ਉਦੋਂ ਸੁੱਚੀ ਜਗ੍ਹਾ ਕੀ ਹੋਊ ਜਿਸ ਰਸਤਿਓਂ ਦੁਨੀਆ ਚੱਲ ਰਹੀ ਹੈ। ਕਿਸਾਨੀ ਦਾ ਕੋਈ ਧਰਮ ਨਹੀਂ ਹੁੰਦਾ, ਹਲੇ ਵੀ ਇਹ ਸਮਝ। ਬਿਲਕੁਲ ਬਿਲਕੁਲ। ਝੰਡਿਆਂ ਦੀ ਸਿਆਸਤ ਖੇਡਣੀਆਂ ਤਾਂ ਬਹੁਤ ਸਾਰੇ ਮੁੱਦੇ ਨੇ। ਇਹ ਇਸ ਵਕਤ ਇੱਦਾਂ ਦਾ ਮੁੱਦਾ ਜਿਹਨੇ ਪੀੜ੍ਹੀਆਂ ਤੱਕ ਮਾਰ ਕਰ ਜਾਣੀਆਂ। ਮੈਨੂੰ ਲੱਗਦਾ ਨਹੀਂ ਕਿ ਮੈਨੂੰ ਕਹਿਣ ਦੇ ਵਿੱਚ ਗੁਰੇਜ਼ ਹੈ। ਮੈਂ ਭਗਵੇਂ ਰੰਗ ਤੋਂ ਸਭ ਤੋਂ ਵੱਡੀ ਜਿਹੜੀ ਚਿੜ ਹੈ, ਏਕੇ ਦੇ ਨਾਮ ਤੇ ਹਰ ਇੱਕ ਚੀਜ਼ ਨੂੰ ਉਸੇ ਦੇ ਵਿੱਚ ਰੰਗ ਦੇਣਾ। ਕਹਿੰਦੇ ਹੁੰਦੇ ਆ, ਅੱਧੀ ਲਾਨਤ ਦੁਨੀਆ ਤਾਈਂ, ਅੱਧੀ ਦੁਨੀਆ ਦਾ ਰਾਹੂ। ਹੁਣ ਇੱਥੇ ਜਾ ਕੇ ਲਾਨਤ ਸਿਸਟਮ ਨੂੰ ਪਾਉਣੀ ਬੰਦ ਕਰ ਦਈਏ। ਇੱਥੇ ਆਪਣੇ ਆਪ ਨੂੰ ਲਾਨਤ ਪਾਵਾਂਗੇ ਜੇ ਹਜੇ ਵੀ ਨਾ ਸਮਝੇ। ਲੇਖਕਾਂ ਦੀ ਧਿਰ ਦਾ ਮੈਂ ਜ਼ਰੂਰ ਕਹਾਂਗੀ ਕਿ ਹੁਣ ਜਾ ਕੇ ਉਹਨਾਂ ਨੂੰ ਵੀ ਲਾਨਤ ਹੈ ਜਿਹੜੇ ਹਲੇ ਵੀ ਨਹੀਂ ਬੋਲ ਰਹੇ। ਸ਼ਰਮੋ ਸ਼ਰਮੀ ਸਹੀ, ਲੋਕ ਲਾਜ ਸਹੀ, ਪਰ ਜਦੋਂ ਤੁਸੀਂ ਲਿਖੋਗੇ ਉਹਦਾ ਕਿਸੇ ਤੇ ਅਸਰ ਤੇ ਹੋਣਾ ਨਾ, ਉਹ ਚੀਜ਼ ਜ਼ਰੂਰੀ ਹੈ। ਇਸ ਵਕਤ ਬੋਲਣਾ ਜ਼ਰੂਰੀ ਹੈ। ਇਹਨਾਂ ਕੋਲ ਪਾਕਿਸਤਾਨ ਤੋਂ ਲਿਆ ਕੇ ਸਪੈਸ਼ਲ ਮੱਝਾਂ ਰੱਖੀਆਂ ਹੋਈਆਂ ਜੀ, ਕਹਾਉਣ ਨੂੰ ਕਿ ਆਹ ਸਰਦਾਰਾਂ ਦੇ ਆਹ ਵਾਲੀਆਂ ਮੱਝਾਂ ਖੜੀਆਂ ਨੇ। ਉਹਨਾਂ ਨੂੰ ਕੀ ਦਰਦ ਸਮਝ ਆਊਗਾ ਕਿ ਇੱਕ ਗਾਂ ਹੁੰਦੀ ਹੈ, ਜਦੋਂ ਉਹ ਵੀ ਦੁੱਧ ਦੇਣਾ ਛੱਡ ਦਿੰਦੀ ਹੈ ਤੇ ਜਵਾਕ ਮੂੰਹਾਂ ਵੱਲ ਦੇਖਦੇ ਨੇ। ਬੇਟੀ ਬਚਾਓ, ਸਹੀ ਕਹਿ ਰਹੇ, ਕਿਤੋਂ ਬਚਾਈਏ? ਜੇ ਤੋਂ ਅਸੀਂ ਬੇਟੀ ਬਚਾਉਣੀ ਹੈ, ਉਹ ਤੁਹਾਡੇ ਨੇ, ਉਹ ਤਾਂ ਤੁਹਾਡੇ ਆਪਣੇ ਖਾਸ ਨੇ। ਉਹਨਾਂ ਤੋਂ ਅਸੀਂ ਕਿਵੇਂ ਬਚਾ ਲਾਂਗੇ? ਲਿਖਦਾ ਕੈਸੇ ਲੇਖ ਕੋ ਲੈਣੇ, ਰੱਬਾ ਤੇਰੀ ਮਾਂ ਨਹੀਂ ਕੋਈ। ਵੀ ਜੇ ਇੱਦਾਂ ਦੀਆਂ ਚੀਜ਼ਾਂ ਇਸ ਉਹਦੇ 'ਚ ਚੱਲ ਰਹੀਆਂ, ਕਿਹੜਾ ਰੱਬ? ਫਿਰ ਤਾਂ ਉਹ ਹਰ ਜ਼ੁਰਮ ਦੇ ਵਿੱਚ ਹਰ ਜਗ੍ਹਾ 'ਤੇ ਸ਼ਾਮਿਲ ਹੈ। ਜੇ ਉਹਦੀ ਰਜ਼ਾ ਬਗੈਰ ਪੱਤਾ ਨਹੀਂ ਹਿਲਦਾ, ਫਿਰ ਤਾਂ ਸਿੱਧਾ ਸਿੱਧਾ ਉਹ ਦੋਸ਼ੀ ਹੈ। ਹੋਰ ਫਿਰ ਆਪਾਂ ਕਿਸ ਨੂੰ ਕੀ ਆਖ ਸਕਦੇ ਹਾਂ? ਕਈ ਨੀਚ ਸੋਚਾਂ ਇਹ ਵੀ ਹੈ ਕਿ ਰੇਪ ਤਾਂ ਹੋਣਗੇ ਕੁੜੀਆਂ, ਇਹ ਤਾਂ ਜੀ ਓਪੋਜ਼ਿਟ ਸੈਕਸ ਹੈ, ਅਟਰੈਕਸ਼ਨ ਹੋ ਜਾਂਦੀ ਹੈ। ਇਹ ਬਿਲਕੁਲ ਨਹੀਂ। ਜੇ ਓਪੋਜ਼ਿਟ ਸੈਕਸ ਹੁੰਦੀ ਹੈ ਤਾਂ ਮਾਂ, ਭੈਣ, ਧੀ ਦੇ ਨਾਲ ਵੀ ਤਾਂ ਓਪੋਜ਼ਿਟ ਸੈਕਸ ਹੈ ਨਾ। ਕਿ ਅਸੀਂ ਉੱਥੇ ਵੀ ਅਵੱਗਿਆ ਕਰ ਜਾਂਦੇ ਹਾਂ, ਕਿ ਅਸੀਂ ਉੱਥੇ ਵੀ ਅਟਰੈਕਟ ਹੁੰਦੇ ਹਾਂ। ਫਾਦਰ ਆਪਣੀ ਧੀ ਨੂੰ ਨਿਭਾਉਂਦਾ ਵੀ ਹੈ, ਕਿੰਨੇ ਸਾਲਾਂ ਤੱਕ ਉਹਦੇ ਨਾਲ ਰਹਿੰਦੀ ਹੈ, ਪੈਂਦੀ ਬਹਿੰਦੀ ਹੈ। ਫਿਰ ਓਪੋਜ਼ਿਟ ਸੈਕਸ ਜੇ ਕੁਦਰਤੀ ਹੈ ਤਾਂ ਉੱਥੇ ਤਾਂ ਕਦੀ ਨਹੀਂ ਇਹ ਵਾਪਰਦਾ ਨਾ। ਲਿਖ ਜਾਵੇਂ ਕੁਝ ਐਸੇ ਅੱਖਰ ਜੋ ਬਣਦੇ ਰਹਿਣ ਵੰਗਾਰ, ਜੋ ਬਣਦੇ ਰਹਿਣ ਚੰਗਿਆਰ, ਜੋ ਖਿੜਦੇ ਰਹਿਣ ਨੌਜਵਾਨਾਂ ਦੀਆਂ ਕਲਮਾਂ ਦੇ ਵਿੱਚੋਂ, ਬਲਦੇ ਰਹਿਣ ਉਹਨਾਂ ਦੇ ਮੱਥਿਆਂ ਦੇ ਵਿੱਚੋਂ। ਇਹ ਤੇਰੀ ਜ਼ਿੰਮੇਵਾਰੀ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਕਿਤਾਬਾਂ ਵਰਗੀ ਕੁੜੀ ਦੇ ਨਾਲ। ਇਹ ਕੁਝ ਇਸ ਤਰ੍ਹਾਂ ਲਿਖਦੇ ਨੇ ਕਿ ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਲੋਕ ਕਹਿੰਦੇ ਨੇ ਕਿ ਬੋਲਣਾ ਬਹੁਤ ਜ਼ਰੂਰੀ ਹੈ, ਪਰ ਇੱਕ ਪੋਇਟਸ ਤੋਂ ਪੁੱਛੋ, ਇੱਕ ਪੈਨ ਡਾਊਨ ਕਰਨ ਵਾਲੇ ਉਸ ਵਿਅਕਤੀ ਤੋਂ ਪੁੱਛੋ ਜਿਹੜੇ ਦੁਨੀਆ ਦੇ ਉਸ ਸ਼ੋਰ ਨੂੰ ਸ਼ਾਂਤ ਹੋ ਕੇ ਲਿਖਣਾ ਪਸੰਦ ਕਰਦਾ ਹੈ। ਕਹਿੰਦੇ ਨੇ ਕਿ ਇੱਕ ਕਵੀ ਜਾਂ ਇੱਕ ਕਵਿੱਤਰੀ ਦੇ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਵੱਖਰਾ ਹੁੰਦਾ ਹੈ। ਅਤੇ ਜਿਸ ਕਵਿੱਤਰੀ ਨੇ ਕਹਿ ਦਿੱਤਾ ਕਿ ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਤਾਂ ਅੱਜ ਇਸ ਮਸਲੇ ਨੂੰ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇਸ ਕਿਤਾਬਾਂ ਜਿਹੀ ਕੁੜੀ ਦਾ ਸਵਾਗਤ ਕਰ ਲੈਂਦੇ ਹਾਂ ਡੇਲੀ ਪੋਸਟ ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਜੀ। ਇੰਨੇ ਮਿੱਠੇ ਸ਼ਬਦਾਂ ਅਤੇ ਇੰਨੀ ਪਿਆਰੀ ਆਵਾਜ਼ ਦੇ ਨਾਲ ਇਹ ਆਗਾਜ਼ ਹੋਇਆ, ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗੀ ਕਿ ਤੁਸੀਂ ਇਹਨੂੰ ਕੰਟੀਨਿਊ ਕਰੋ। ਕਿਸੇ ਲਈ ਚੁੱਪ ਮਸਲਾ ਹੈ ਜੀ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਬੇੜੇ ਨੇ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਬੇੜੇ ਨੇ, ਮਗਰ ਇਹ ਭੁੱਖ ਦਾ ਮਸਲਾ ਬੜਾ ਮੁਹਜ਼ੋਰ ਮਸਲਾ ਹੈ।
ਇਹ ਬਿਖਰੀ ਜ਼ੁਲਫ ਕੰਬਦੇ ਹੋਂਠ ਨੈਣੀ ਸ਼ਾਮ ਦੀ ਲਾਲੀ, ਇਹ ਬਿਖਰੀ ਜ਼ੁਲਫ ਕੰਬਦੇ ਹੋਂਠ ਨੈਣੀ ਸ਼ਾਮ ਦੀ ਲਾਲੀ, ਸੱਜਣ ਦੀ ਤੋਰ ਮਸਲਾ ਹੈ, ਧਰਤ ਦੀ ਲੋਰ ਮਸਲਾ ਹੈ, ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਕਈ ਵਾਰ ਇੱਕ ਵਿਅਕਤੀ ਆਪਣੇ ਮਨ ਦੇ ਭਾਵਾਂ ਨੂੰ ਐਕਸਪ੍ਰੈਸ ਕਰਨ ਦੇ ਲਈ ਉੱਚੀ ਬੋਲਣਾ ਜ਼ਰੂਰੀ ਸਮਝਦਾ ਹੈ, ਚੀਕ ਚੀਕ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਚੁੱਪ ਕਰ ਜਾਂਦਾ ਹੈ, ਬਿਲਕੁਲ ਇਹ ਸੁਣਨੀ ਵਟ ਲੈਂਦਾ ਹੈ। ਬਿਲਕੁਲ ਜੀ, ਤਾਹਿਰਾ ਸਰਾਜੀ ਇੱਕ ਜਗ੍ਹਾ 'ਤੇ ਲਿਖਦੇ ਨੇ ਕਿ ਕਾਗਜ਼ ਉੱਤੇ ਚੀਕਾਂ ਮਾਰੀ ਜਾਂਦੇ ਆ। ਇਹ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਬਿਆਨ ਕਰਦਾ ਹੈ ਨਾ। ਜ਼ਿਆਦਾਤਰ ਜਦੋਂ ਅਸੀਂ ਇੰਟੈਲੈਕਚੁਅਲ ਕਿਸੇ ਨੂੰ ਦੇਖਦੇ ਹਾਂ ਤਾਂ ਉਹ ਬਾਹਰੀ ਤਕਲੀਫ ਨੂੰ ਲੈ ਕੇ ਅੰਦਰ ਉਤਰ ਜਾਂਦੇ ਨੇ, ਹਮੇਸ਼ਾ ਆਪਣੇ ਅੰਦਰ ਵੱਲ ਨੂੰ। ਜਿਵੇਂ ਅਸੀਂ ਮਹਾਤਮਾ ਬੁੱਧ ਜੀ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹਨਾਂ ਨੂੰ ਦੁੱਖ ਤਕਲੀਫ ਨਹੀਂ ਦਿਖਾਉਣੀ ਕਦੇ ਵੀ। ਜਦੋਂ ਉਹਨਾਂ ਨੇ ਉਹ ਦੁੱਖ ਦਾ ਅਹਿਸਾਸ ਕੀਤਾ ਤਾਂ ਉਹ ਗਿਆਨ ਦੀ ਪ੍ਰਾਪਤੀ ਲਈ ਘਰੋਂ ਨਿਕਲ ਪਏ। ਤਾਂ ਜਦੋਂ ਬਾਹਰੋਂ ਸੱਟ ਵੱਜਦੀ ਹੈ ਤਾਂ ਬੰਦਾ ਅੰਦਰ ਨੂੰ ਉਤਰ ਪੈਂਦਾ। ਇੱਕ ਚੰਗਾ ਢੰਗ ਵੀ ਮੈਨੂੰ ਲੱਗਦਾ ਇਹੀ ਹੈ, ਉਹਨੂੰ ਜਾਣਨ ਦਾ, ਸਿੱਖਣ ਦਾ, ਉਹਦੇ ਵਿੱਚੋਂ ਨਿਕਲਣ ਦਾ। ਜਦੋਂ ਲਿਖਣਾ ਸ਼ੁਰੂ ਕਰਦੇ ਹੋ, ਕਵਿਤਾ ਲਿਖਦੇ ਹੋ, ਇੱਕ ਥੀਏਟਰ ਆਰਟਿਸਟ ਵੀ ਹੋ, ਤਾਂ ਕਹਿੰਦੇ ਕਿ ਦੁਨੀਆ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਇੱਕ ਅਲੱਗ ਹੀ ਹੁੰਦਾ, ਇੱਕ ਕਵਿਤਰੀ ਦਾ ਨਜ਼ਰੀਆ ਅਲੱਗ ਹੁੰਦਾ ਹੈ। ਅੱਜ ਸਮਾਜ ਦੇ ਵਿੱਚ ਜੋ ਚੱਲ ਰਿਹਾ, ਇੱਕ ਉਦਾਹਰਣ ਦੇ ਵਜੋਂ ਮੈਂ ਕਹਿਦਾ ਕਿ ਕਿਸਾਨ ਪਰੇਸ਼ਾਨ ਹੈ, ਧੀ ਪਰੇਸ਼ਾਨ ਹੈ, ਮਾਂ ਪਰੇਸ਼ਾਨ ਹੈ ਆਪਣੀ ਧੀ ਨੂੰ ਲੈ ਕੇ। ਕਹਿੰਦੇ ਕਿ ਅੱਜ ਕੱਲ੍ਹ ਕੁੱਖਾਂ ਹੋ ਗਈਆਂ ਕੱਚ ਦੀਆਂ, ਇੱਥੇ ਮਸਾਂ ਧੀਆਂ ਬਚਦੀਆਂ, ਜੋ ਬਚਦੀਆਂ ਉਹ ਮੱਚਦੀਆਂ, ਜਿਵੇਂ ਟੁਕੜਾ ਹੋਵੇ ਕਬਾਬ ਦਾ। ਆਹਾ, ਬਿਲਕੁਲ ਬਿਲਕੁਲ ਬਿਲਕੁਲ। ਲੇਟੈਸਟ ਅੱਗੜ ਪਿੱਛੜ 2 ਘਟਨਾਵਾਂ ਵਾਪਰੀਆਂ ਨੇ। ਇੱਕ ਦਿਨ ਸੁਬਾਹ ਜਾਗੇ ਅਤੇ ਪਹਿਲਾਂ ਜਿਹੜੀ ਆਪਣੀ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ, ਉਸੇ ਜਗ੍ਹਾ ਤੋਂ ਕੁਝ ਕਿਲੋਮੀਟਰ ਦੂਰ ਦੂਸਰੀ ਘਟਨਾ ਵਾਪਰਦੀ ਹੈ, ਬੱਚੀ ਨੂੰ ਜਲਾ ਦਿੱਤਾ ਜਾਂਦਾ। ਉਸੇ ਸਮੇਂ ਦੌਰਾਨ ਕਿਸੇ ਨੇ ਆਪਣੀ ਇੱਕ ਵੀਡੀਓ ਪਾਈ ਹੋਈ ਸੀ ਕਿ ਬਿਲਕੁਲ ਮਿੱਟੀ ਦੇ ਨਾਲ ਲੱਥ-ਪੱਥ, ਮੈਨੂੰ ਲੱਗਦਾ ਕੁਝ ਘੰਟਿਆਂ ਦੀ ਬੱਚੀ ਹੋਣੀ ਆ। ਬੱਚੀ ਨੇ ਸਾਹ ਲਿਆ, ਉਹਦੀ ਲੱਤ ਵੀ ਹਿੱਲੀ ਹੈ, ਪਰ ਉਹਦੀਆਂ ਅੱਖਾਂ 'ਤੇ ਇੰਨੀ ਮਿੱਟੀ ਚੜ੍ਹੀ ਹੋਈ ਸੀ ਕਿ ਪਤਾ ਨਹੀਂ ਵਿਚਾਰੀ ਉਹ ਕਿੱਦਾਂ। ਉਹ ਚੀਜ਼ਾਂ ਨਾ ਤੁਹਾਨੂੰ ਮਾਰ ਦਿੰਦੀਆਂ ਨੇ। ਇਹ ਬੇਵਸੀ ਜਿਹੜੀ ਆ, ਤੁਸੀਂ ਕਰ ਕੀ ਸਕਦੇ ਹੋ, ਕਿੰਨਾ ਕਰ ਸਕਦੇ ਹੋ। ਵੱਧੋ ਵੱਧ ਮੈਨੂੰ ਵੀ ਕਦੇ ਕਦੇ ਲੱਗਦਾ ਵੀ ਫਿਰ ਕੀ ਹੋ ਜੂ ਜੇ ਮੈਂ ਇੱਕ ਕਵਿਤਾ ਲਿਖ ਲੂੰ, ਮੈਂ ਉਹਨੂੰ ਸ਼ੇਅਰ ਕਰ ਲੂੰ, ਮੇਰੇ ਅੰਦਰੋਂ ਚਲੋ ਕੁਛ ਰਿਲੈਕਸ ਹੋਇਆ, ਪਰ ਉਹਦਾ ਹੱਲ ਨਹੀਂ ਨਿਕਲਿਆ। ਹਾਂ, ਅਸੀਂ ਧਰਨਿਆਂ 'ਤੇ ਵੀ ਜਾਂਦੇ ਹਾਂ, ਅਸੀਂ ਬੋਲਦੇ ਵੀ ਹਾਂ, ਸਰਕਾਰ ਦੇ ਖਿਲਾਫ ਵੀ ਬੋਲਦੇ ਹਾਂ, ਲੜਦੇ ਵੀ ਹਾਂ, ਪਰ ਫਿਰ ਵੀ ਇੱਕ ਬੇਵਸੀ ਤੁਹਾਡੇ 'ਤੇ ਭਾਰੂ ਹੋ ਜਾਂਦੀ ਹੈ। ਮੈਨੂੰ ਉਸ ਪੂਰੇ ਦਿਨ ਨਹੀਂ ਸੁੱਝਿਆ ਵੀ ਕੀ ਕੀਤਾ ਜਾ ਸਕਦਾ, ਵੀ ਇੱਥੇ ਤਾਂ ਜਿਉਣ ਦਾ ਕੋਈ ਮਕਸਦ ਹੀ ਨਹੀਂ ਜੇ ਤੁਸੀਂ ਇੰਨੀਆਂ ਘਟਨਾਵਾਂ ਵਾਪਰ ਰਹੀਆਂ, ਕਿਤੇ ਵੀ ਕੁਛ ਨਹੀਂ ਬਚਾ ਸਕਦੇ ਕਿਸੇ ਨੂੰ ਜਾ ਕੇ, ਹੈ ਨਾ। ਸੋ ਇਹ ਮੇਨ ਤਾਂ ਸਿਸਟਮ 'ਤੇ ਆ ਕੇ ਖੜਦੀ ਹੈ ਗੱਲ। ਤੁਸੀਂ ਉਹਦੇ 'ਤੇ ਠਕੋਰ ਮਾਰ ਸਕਦੇ ਹੋ, ਤੁਸੀਂ ਉਹਦੇ ਲਈ ਜਗਾ ਸਕਦੇ ਹੋ, ਚਿਣਗ ਲਗਾ ਸਕਦੇ ਹੋ। ਤਾਂ ਉਸੇ ਦੇ ਅਲੱਗ-ਅਲੱਗ ਤਰੀਕੇ ਨੇ ਜਿਹੜੇ ਅਸੀਂ ਕਲਮ ਦੇ ਜ਼ਰੀਏ ਕੋਸ਼ਿਸ਼ ਕਰਦੇ ਹਾਂ। ਸਿਮਰਨ ਜੀ, ਤੁਸੀਂ ਕਿਸਾਨਾਂ ਦੇ ਨਾਲ ਜਦੋਂ ਬੈਠ ਕੇ ਕਿਸਾਨਾਂ ਦਾ ਦਰਦ ਸੁਣਿਆ, ਧਰਨਿਆਂ ਦਾ ਹਿੱਸਾ ਬਣੇ ਹੋ, ਤਾਂ ਸਰਕਾਰਾਂ ਬਾਰੇ ਜਾਂ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ, ਜਿਹਨੂੰ ਹਮੇਸ਼ਾ ਹੀ ਲਾਹਨਤਾਂ ਪੈਂਦੀਆਂ ਰਹਿੰਦੀਆਂ ਨੇ, ਇਸ ਬਾਰੇ ਲਿਖਣ ਦੀ ਕਦੀ ਕੋਸ਼ਿਸ਼? ਜੀ, ਮੇਰੀਆਂ ਕਾਫੀ ਦੇਖੋ, ਮੈਨੂੰ ਲੱਗਦਾ ਨਹੀਂ ਕਿ ਮੈਨੂੰ ਕਹਿਣ ਦੇ ਵਿੱਚ ਗੁਰੇਜ਼ ਹੈ। ਮੈਂ ਭਗਵੇਂ ਰੰਗ ਤੋਂ ਸਭ ਤੋਂ ਵੱਡੀ ਜਿਹੜੀ ਚਿੜ ਹੈ, ਏਕੇ ਦੇ ਨਾਮ 'ਤੇ ਹਰ ਇੱਕ ਚੀਜ਼ ਨੂੰ ਉਸੇ ਦੇ ਵਿੱਚ ਰੰਗ ਦੇਣਾ, ਹੈ ਨਾ। ਮੈਂ ਥੋੜ੍ਹੇ ਦਿਨ ਪਹਿਲਾਂ ਵੀ, ਪਿਛਲੇ ਸਾਲ ਜਦੋਂ ਸਟੂਡੈਂਟਸ ਦਾ ਧਰਨਾ ਹੋਇਆ ਸੀ, ਉਦੋਂ ਲਿਖਿਆ ਸੀ, ਇਹ ਸੁੱਚੀਆਂ ਕਿਰਨਾਂ ਨੇ ਨਾ ਸੂਰਜ ਬਣਨਾ, ਇੱਥੇ ਚਾਨਣ ਮੋਲੇਗਾ, ਹਨੇਰੇ ਨੇ ਡਰਨਾ ਹੈ, ਹੈ ਨਾ। ਭਗਤਾਂ ਨੂੰ ਦੱਸਾਂਗੇ ਸੱਚ ਸ਼ੈ ਕੀ ਹੁੰਦੀ ਹੈ, ਹੱਕ ਸ਼ੈ ਕੀ ਹੁੰਦੀ ਹੈ ਨਾ। ਤਾਂ ਇਹ ਇੱਕ ਕੋਸ਼ਿਸ਼ ਇਸੇ ਤਰ੍ਹਾਂ ਦੀ ਹੈ। ਮੈਂ ਤਾਂ ਹੁਣ ਵੀ ਔਨ ਸਕਰੀਨ ਇਸ ਚੀਜ਼ ਨੂੰ ਆਖਦੀ ਹਾਂ ਕਿ ਜਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਮੈਨੂੰ ਲੱਗਦਾ ਪੰਜਾਬ 'ਚ ਜਿਹੜਾ ਇਹ ਕੀਤਾ ਗਿਆ ਆਰਡੀਨੈਂਸ, ਇਹਦਾ ਮੇਨ ਰੀਜ਼ਨ ਕੀ ਸੀ ਕਿ ਪੰਜਾਬੀ ਕੌਮ ਹੀ ਪੈਰਾਂ ਹੇਠਾਂ ਨਹੀਂ ਸੀ ਰਹੀ। ਕੁਛ ਇੱਕ ਜਗ੍ਹਾਵਾਂ 'ਤੇ ਹੀ ਇੱਦਾਂ ਦੀ ਬਗਾਵਤ ਬਚੀ ਹੈ, ਬਾਕੀ ਜਾਣਿਆਂ ਨੂੰ ਤਾਂ ਚਲੋ ਆਪਣੇ ਅੰਡਰ ਕਿਸੇ ਨਾ ਕਿਸੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਕੇ ਵੀ ਕਰ ਲਿਆ। ਤਾਂ ਪੰਜਾਬ ਨੂੰ ਢਾਹ ਲਾਉਣ ਦਾ ਸਭ ਤੋਂ ਵੱਡਾ ਤਰੀਕਾ ਖੇਤੀਬਾੜੀ ਹੈ, ਕਿਉਂਕਿ ਆਪਾਂ ਸਭ ਤੋਂ ਵੱਧ ਇਸੇ 'ਤੇ ਡਿਪੈਂਡਡ ਹਾਂ। ਕਈ ਸਾਲਾਂ ਤੋਂ, ਕਈ ਸਦੀਆਂ ਤੋਂ ਅੰਨਦਾਤਾ ਤੁਰੇ ਆ ਰਹੇ ਹਾਂ, ਤਾਂ ਇਹਨਾਂ ਨੂੰ ਢਾਹ ਲਾਉਣ ਦਾ ਇੱਕੋ ਇੱਕ ਤਰੀਕਾ। ਨਹੀਂ ਤਾਂ ਤੁਹਾਡੇ ਸਾਹਮਣੇ ਨੇ ਕਿ ਇਸ ਤਰ੍ਹਾਂ ਦੇ ਕਾਨੂੰਨ ਜੇ ਤੁਹਾਨੂੰ ਲੱਗਦਾ ਉਹ ਕਿਸਾਨਾਂ ਦੇ ਹੱਕ 'ਚ ਨੇ, ਤਾਂ ਤੁਸੀਂ ਕਿਸਾਨਾਂ ਨੂੰ ਬਿਠਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਜੇ ਸੁਲੱਖਣੇ ਤਰੀਕੇ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ ਕੰਮ ਕਰਨਾ ਹੀ ਸੀ, ਪੰਜਾਬ ਦੇ ਵਿੱਚ ਇਹਦੀ ਪੇਸ਼ਕਸ਼ ਪਾਉਂਦੇ, ਪੰਜਾਬ ਵਿਧਾਨ ਸਭਾ ਦੇ ਵਾਲੇ ਜਿਹੜੇ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ, ਗੱਲ ਕਰਦੇ ਕਿ ਆਹ ਇਸ ਤਰ੍ਹਾਂ ਦਾ ਆਪਣੇ ਕੋਲ ਆ ਰਿਹਾ ਮਤਾ, ਕੀ ਇਹ 'ਤੇ ਕੰਮ। ਪਰ ਇਹ ਤਾਂ ਸਰਕਾਰਾਂ ਨੇ ਸੇਵਾ 'ਤੇ ਹੈ ਹੀ ਨਹੀਂ ਹੈ ਨਾ, ਹੈ ਤਾਂ ਫਿਰ ਰਾਜ ਹੀ ਰਾਜ ਹੈ। ਹੁਣ ਤੁਸੀਂ ਦੇਖੋ ਕਿ ਸੁਖਬੀਰ ਬਾਦਲ, ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ। ਕੀ ਹਰਸਿਮਰਤ ਬਾਦਲ ਨੂੰ ਨਹੀਂ ਸੀ ਪਤਾ ਕਿ ਇਹ ਆਰਡੀਨੈਂਸ ਪਾਸ ਹੋ ਰਹੇ ਨੇ, ਇਹ ਇਸ ਤਰ੍ਹਾਂ ਦਾ ਬਿੱਲ ਲੈ ਕੇ ਆਇਆ ਜਾ ਰਿਹਾ? ਇਹ ਹੋ ਹੀ ਨਹੀਂ ਸਕਦਾ ਉਹਨੂੰ ਨਾ। ਕੈਪਟਨ ਅਮਰਿੰਦਰ ਹੈ, ਉਹਨਾਂ ਨੂੰ ਨਹੀਂ ਸੀ ਪਤਾ। ਹੁਣ ਤੁਸੀਂ ਧਰਨਿਆਂ 'ਤੇ ਨਿਕਲ ਰਹੇ ਹੋ, ਜਿਸ ਦਿਨ ਬੰਦ ਦਾ ਐਲਾਨ ਹੋ ਰਿਹਾ ਤੁਸੀਂ ਉਸ ਦਿਨ ਨਿਕਲ ਰਹੇ ਹੋ ਜੀ ਅਸੀਂ ਗ੍ਰਿਫਤਾਰੀਆਂ ਦੇਵਾਂਗੇ। ਬਿਲਕੁਲ ਕਲੀਅਰ ਹੈ। ਅਸੀਂ ਇੱਥੇ ਵੀ ਧਰਨੇ 'ਤੇ ਗਏ ਤਾਂ ਮੇਰੇ ਸਾਹਮਣੇ ਜਿਹੜਾ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਇੱਕ ਫਲਾਨਾ MLA ਆ ਰਿਹਾ ਜੀ ਸਾਡੇ ਧਰਨੇ 'ਚ ਸ਼ਾਮਲ ਹੋਣ, ਪਰ ਮੈਂ ਉਹਨੂੰ ਰਿਕੁਐਸਟ ਕਰਦਾ ਕਿ ਉਹ ਸਾਡੇ ਧਰਨੇ 'ਚ ਸ਼ਾਮਲ ਨਾ ਹੋਵੇ।
ਔਰ ਤੁਸੀਂ ਯਕੀਨ ਮੰਨਿਓ ਸੁਮਨ ਜੀ, ਇਸ ਗੱਲ ਤੇ ਜਿੰਨੇ ਧਰਨਾਕਾਰੀ ਬੈਠੇ ਸੀ ਉਹਨਾਂ ਨੇ ਜੈਕਾਰੇ ਲਾਏ, ਜ਼ਿੰਦਾਬਾਦ ਬੁਲਾਇਆ, ਬਿਲਕੁਲ ਸਹੀ। ਹੁਣ ਹੋ ਕੀ ਰਿਹਾ ਤੁਹਾਡੇ ਸਾਹਮਣੇ ਹੈ, ਕਲਾਕਾਰ ਆ ਰਹੇ ਨੇ ਜੀ ਸਦਕੇ, ਉਹ ਵੀ ਕਿਸਾਨ ਨੇ ਹੈ ਨਾ। ਅਸੀਂ ਜੇ ਲੇਖਕ ਹਾਂ ਤੇ ਉਹ ਵੀ ਕਿਸਾਨ ਨੇ, ਪੰਜਾਬ ਦੇ ਧੀਆਂ ਪੁੱਤਰ ਨੇ, ਪਰ ਇੱਕ ਬੈਕਗਰਾਉਂਡ ਦੇਖਣੀ ਇੱਥੇ ਜ਼ਰੂਰ ਬਣਦੀ ਹੈ। ਤੁਸੀਂ ਉਹਨਾਂ ਨੂੰ ਮੇਨ ਉਹਨਾਂ ਦੇ ਵਿੱਚ ਸ਼ਾਮਿਲ ਕਰ ਰਹੇ ਹੋ, ਪਰ ਕੀ ਉਹ ਸੱਚੀ ਮੁੱਚੀ ਪਹਿਲਾਂ ਤੋਂ ਐਸੇ ਤਰ੍ਹਾਂ ਦੀ ਸੋਚਦੇ ਸੀ ਜਾਂ ਅੱਜ ਇੱਕਦਮ ਖੁੰਬਾਂ ਵਾਂਗੂ ਪੈਦਾ ਹੋ ਗਏ? ਕਿਸਾਨੀ ਦਾ ਕੋਈ ਧਰਮ ਨਹੀਂ ਹੁੰਦਾ, ਹਲੇ ਵੀ ਇਹ ਸਮਝਦੀ ਹੈ। ਬਿਲਕੁਲ ਬਿਲਕੁਲ, ਝੰਡਿਆਂ ਦੀ ਸਿਆਸਤ ਖੇਡਣੀਆਂ ਦਾ ਬਹੁਤ ਸਾਰੇ ਮੁੱਦੇ ਨੇ। ਇਹ ਇਸ ਵਕਤ ਇੱਦਾਂ ਦਾ ਮੁੱਦਾ ਜਿਹਨੇ ਪੀੜ੍ਹੀਆਂ ਤੱਕ ਮਾਰ ਕਰ ਜਾਣੀਆਂ। ਮੈਨੂੰ ਲੱਗਦਾ ਕਿ 2-3 ਪੀੜ੍ਹੀਆਂ ਤੋਂ ਬਾਅਦ ਤਾਂ ਖਤਮ ਹੋ ਜਾਣੀਆਂ ਸਰਦਾਰੀਆਂ, ਜਿਨ੍ਹਾਂ ਦੇ ਚੀਜ਼ਾਂ ਤੇ ਅਸੀਂ ਜਿਉਂਦੇ ਬੈਠੇ ਹਾਂ। ਸਦੀਆਂ ਤੋਂ ਅਸੀਂ ਆਖਦੇ ਹਾਂ ਕਿ ਪੰਜਾਬ ਦੂਜਿਆਂ ਦਾ ਢਿੱਡ ਭਰ ਰਿਹਾ, ਤੇ ਇਹ 2-3 ਪੀੜ੍ਹੀਆਂ ਬਾਅਦ ਢਿੱਡ ਖਾਲੀ ਹੋਣ ਲੱਗ ਜਾਣਾ, ਸਾਨੂੰ ਕਲੀਅਰ ਹੈ। ਔਰ ਹਜੇ ਵੀ ਪਰ ਕੁਛ ਨਹੀਂ ਵਿਗੜਿਆ। ਇਹ ਹਮੇਸ਼ਾ ਜਨਤਾ ਦੀ ਆਵਾਜ਼ 'ਚ ਤਾਕਤ ਰਹੀ ਹੈ, ਪਰ ਤਾਕਤ ਮੁੱਠੀ 'ਚ ਹੀ ਰਹਿੰਦੀ ਹੈ। ਕੱਲੀ ਕੱਲੀ ਉਂਗਲ ਜੇ ਸੋਚਣ ਲੱਗੀ ਮੈਂ ਆਪਣਾ ਕ੍ਰੈਡਿਟ ਲੈ ਜਾਵਾਂ, ਫਿਰ ਮੁਸ਼ਕਿਲ ਆ। ਹਲੇ ਵੀ ਕਿਸਾਨ ਜਥੇਬੰਦੀਆਂ ਜਿਸ ਚੀਜ਼ ਤੇ ਤੁਰੀਆਂ ਸੀ ਕਿ ਇੱਕੋ ਝੰਡੇ ਦੇ ਹੇਠ ਆਉਣਗੇ, ਕੋਈ ਖਾਸ ਨਹੀਂ, ਸਾਰੇ ਆਮ ਹੋ ਕੇ ਕਿਸਾਨ ਹੋ ਕੇ ਆਉਣਗੇ, ਜੇ ਉਸੇ ਤਰੀਕੇ ਨਾਲ ਚੱਲਦੇ ਨੇ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਜਿੱਤ ਹੋ ਵੀ ਸਕਦੀ ਹੈ, ਹੋਏਗੀ ਜੇ ਇਕਜੁੱਟਤਾ ਨਾਲ। ਅਸੀਂ ਵੀ ਇਹ ਤਸਵੀਰਾਂ ਦੇਖੀਆਂ ਕਿ ਨਾਰਾ ਕਿਸਾਨਾਂ ਨੂੰ ਲੈ ਕੇ ਮਾਰਿਆ ਜਾ ਰਿਹਾ ਸੀ। ਅਸੀਂ ਦੇਖਿਆ ਕਿ ਉੱਥੇ ਨਾਰੇ ਵੱਜ ਰਹੇ ਨੇ ਨਰਿੰਦਰ ਮੋਦੀ ਪੰਜਾਬ ਵਿਰੋਧੀ, ਤੇ ਉੱਥੇ ਇੱਕ ਪਾਸੇ ਟਰੈਕਟਰ ਚੱਲ ਰਹੇ ਨੇ ਜਿੱਤੇ ਅਕਾਲੀਆਂ ਦੇ ਝੰਡੇ ਨੇ, ਤੇ ਦੂਜੇ ਪਾਸੇ ਟਰੈਕਟਰ ਤੇ ਕਾਂਗਰਸੀਆਂ ਦੇ ਝੰਡੇ। ਬਿਲਕੁਲ ਬਿਲਕੁਲ, ਇਹ ਹੁਣ ਦੋਨੇ ਆਪਣੀਆਂ ਵੋਟਾਂ ਬਟੋਰ ਰਹੇ ਨੇ, ਦੋਨੋਂ ਹੁਣ ਕਿਸਾਨ ਹਤੈਸ਼ੀ ਬਣ ਕੇ ਇਹ ਸੋਚ ਰਹੇ ਨੇ ਕਿ ਹੈ ਨਾ। ਪਰ ਇਸ ਵਕਤ ਮੈਨੂੰ ਲੱਗਦਾ ਕਿ ਲਾਹਨਤਾਂ ਜਿੰਨੀਆਂ ਪਾਲੀਆਂ ਹੈ ਨਾ, ਕਹਿੰਦੇ ਹੁੰਦੇ ਆ ਅੱਧੀ ਲਾਹਨਤ ਦੁਨੀਆ ਤਾਈਂ ਅੱਧੀ ਦੁਨੀਆਦਾਰਾ ਹੋ। ਹੁਣ ਇੱਥੇ ਜਾ ਕੇ ਲਾਹਨਤ ਸਿਸਟਮ ਨੂੰ ਪਾਉਣੀ ਬੰਦ ਕਰ ਦਈਏ, ਇੱਥੇ ਆਪਣੇ ਆਪ ਨੂੰ ਲਾਹਨਤ ਪਾਵਾਂਗੇ ਜੇ ਹਜੇ ਵੀ ਨਾ ਸਮਝੇ, ਜੇ ਅੱਖਾਂ ਹਜੇ ਵੀ ਨਾ ਖੋਲੀਆਂ। ਇਸ ਵਕਤ ਮੈਂ ਆਪਣੇ ਵਾਲਿਆਂ ਦਾ ਜਿਵੇਂ ਇੱਕ ਧਿਰ ਹੋ ਜਾਂਦੀ ਹੈ ਨਾ, ਮੈਂ ਕਲਾਕਾਰਾਂ ਦੀ ਧਿਰ, ਉਹਦੇ 'ਚੋਂ ਮੈਂ ਗਾਇਕ ਕੱਢਦਾ, ਲੇਖਕਾਂ ਦੀ ਧਿਰ ਦਾ ਮੈਂ ਜ਼ਰੂਰ ਕਹਾਂਗੀ ਕਿ ਹੁਣ ਜਾ ਕੇ ਉਹਨਾਂ ਨੂੰ ਵੀ ਲਾਹਨਤ ਹੈ ਜਿਹੜੇ ਹਲੇ ਵੀ ਨਹੀਂ ਬੋਲ ਰਹੇ ਹੈ ਨਾ। ਤੁਸੀਂ ਬਹੁਤ ਵੱਡੀ ਅਹੁਦੇਦਾਰੀ 'ਤੇ ਬੈਠੇ ਹੋ ਸਕਦੇ ਹੋ, ਤੁਹਾਡਾ ਬੋਲਣਾ ਬਹੁਤਿਆਂ ਜਾਣਿਆਂ ਲਈ ਮਾਨੇ ਰੱਖਦਾ ਹੈ। ਉਹ ਉਡੀਕਦੇ ਨੇ ਕਿ ਸਾਡੇ ਅੱਗੇ ਵਾਲੇ ਜਿਨ੍ਹਾਂ ਨੂੰ ਅਸੀਂ ਇੰਨਾ ਮੰਨਦੇ ਹਾਂ, ਰੱਬ ਵਾਂਗੂ ਪੂਜਦੇ ਨੇ ਲੋਕ ਤੁਹਾਡੇ ਸ਼ਬਦਾਂ ਨੂੰ, ਤਾਂ ਤੁਹਾਡੇ ਸ਼ਬਦਾਂ ਨਾਲ ਇੱਕ ਜਾਦੂ ਹੋਣਾ। ਚਲੋ ਠੀਕ ਹੈ, ਮੰਨ ਲਓ ਤੁਹਾਡੇ ਦਿਲੋਂ ਨਾ ਨਿਕਲੇ ਹੋਣ, ਸ਼ਰਮੋ ਸ਼ਰਮੀ ਸਹੀ, ਲੋਕ ਲਾਜ ਸਹੀ, ਪਰ ਜਦੋਂ ਤੁਸੀਂ ਲਿਖੋਗੇ ਉਹਦਾ ਕਿਸੇ ਤੇ ਅਸਰ ਤੇ ਹੋਣਾ ਨਾ, ਉਹ ਚੀਜ਼ ਜ਼ਰੂਰੀ ਹੈ। ਇਸ ਵਕਤ ਬੋਲਣਾ ਜ਼ਰੂਰੀ ਹੈ। ਜੀ ਬੋਲਣਾ ਜ਼ਰੂਰੀ, ਪਰ ਹਲੇ ਵੀ ਕਈ ਲੋਕ ਨਹੀਂ ਬੋਲ ਰਹੇ। ਜਿਸ ਤਰ੍ਹਾਂ ਬੀਜੇਪੀ ਦੇ ਕਈ ਆਗੂ ਹਲੇ ਵੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਸਮਝਣ ਦੇ ਵਿੱਚ ਗਲਤੀ ਲੱਗ ਰਹੀ ਹੈ, ਬਿੱਲ ਉਹਨਾਂ ਦੇ ਹੱਕ ਦੇ ਵਿੱਚ ਇੱਕ ਕ੍ਰਾਂਤੀ ਲੈ ਕੇ ਆਏਗਾ। ਕ੍ਰਾਂਤੀ ਤੇ ਹਰੀ ਕ੍ਰਾਂਤੀ ਵੀ ਆਈ ਸੀ, ਆਪਾਂ ਨੂੰ ਉਹਦੇ ਨਤੀਜੇ ਵੀ ਪਤਾ ਹੈ। ਤੇ ਹੁਣ ਸੁਖਬੀਰ ਬਾਦਲ ਆਪਣੀਆਂ ਐਲੀਟ ਕਲਾਸ ਗੱਡੀਆਂ ਲੈ ਕੇ, ਤੁਹਾਡੀਆਂ 18-18 20-20 ਲੱਖ ਦੀਆਂ ਗੱਡੀਆਂ ਤੇ ਤੁਹਾਡੇ ਝੰਡੇ ਲੱਗ ਕੇ ਤੁਹਾਡੀਆਂ ਰੈਲੀਆਂ ਨਿਕਲ ਰਹੀਆਂ ਨੇ। ਕਿਸ ਵਜ੍ਹਾ ਦੇ ਨਾਲ? ਕੀ ਲੋੜ ਹੈ? ਤੁਸੀਂ ਛੱਡੋ ਉਸ ਨੂੰ, ਤੁਸੀਂ ਕਿਸਾਨਾਂ ਦੇ ਪਿੱਛੇ ਆ ਕੇ ਧਰਨੇ 'ਚ ਬੈਠੋ ਜੀ, ਮੈਂ ਆ ਬੈਠਾ, ਮੈਂ ਕਿਸੇ ਗੱਡੀ 'ਤੇ ਨਹੀਂ, ਮੈਂ ਤੁਹਾਡੇ ਨਾਲ ਆ। ਤੁਸੀਂ ਕਿਉਂ ਬੈਠੋਗੇ? ਤੁਹਾਡਾ ਤੇ ਜੱਦੀ ਪੁਸ਼ਤੀ, ਮੈਂ ਕਹਿੰਦੀ ਹਾਂ ਪੀੜ੍ਹੀਆਂ ਤੋਂ ਪੀੜ੍ਹੀਆਂ 10 ਜਨਮ ਨਹੀਂ ਉਹਨਾਂ ਨੂੰ ਮੁੱਕਣਾ ਹੈ ਜਿੰਨਾ ਉਹਨਾਂ ਨੇ ਇਕੱਠਾ ਕਰ ਲਿਆ, ਜਿੰਨਾ ਉਹਨਾਂ ਦਾ ਜੰਗਲ ਹੀ ਬਣਾ ਰੱਖਿਆ। ਇੱਥੇ ਤੇ ਮੈਂ ਕਹਿੰਦੀ ਹਾਂ ਕਿ 10 ਪਿੰਡ ਰਲ ਕੇ ਉਹਨਾਂ ਨਹੀਂ ਖਾ ਰਹੇ ਖੇਤਾਂ ਦੇ ਵਿੱਚੋਂ ਜਿੰਨਾ ਉਹਨਾਂ ਨੇ ਜੰਗਲ ਉਗਾ ਰੱਖਿਆ ਹੈ ਨਾ। ਤਾਂ ਤੁਸੀਂ ਕੀ ਸਮਝੋਗੇ ਤੁਹਾਡੇ ਕੋਲ ਜਿਨ੍ਹਾਂ ਕੋਲ ਪਾਕਿਸਤਾਨ ਤੋਂ ਲਿਆ ਕੇ ਸਪੈਸ਼ਲ ਮੱਝਾਂ ਰੱਖੀਆਂ ਹੋਈਆਂ ਜੀ ਕਹਾਉਣ ਨੂੰ ਕਿ ਆਹ ਸਰਦਾਰਾਂ ਦੇ ਆਹ ਵਾਲੀਆਂ ਮੱਝਾਂ ਖੜੀਆਂ ਨੇ, ਉਹਨਾਂ ਨੂੰ ਕੀ ਦਰਦ ਸਮਝ ਆਊਗਾ ਕਿ ਇੱਕ ਗਾਂ ਹੁੰਦੀ ਹੈ ਜਦੋਂ ਉਹ ਵੀ ਦੁੱਧ ਦੇਣਾ ਛੱਡ ਦਿੰਦੀ ਹੈ ਤੇ ਜਵਾਕ ਮੂੰਹਾਂ ਵੱਲ ਦੇਖਦੇ ਨੇ। ਉਹਨਾਂ ਨੂੰ ਨਹੀਂ ਸਮਝ ਆਉਣਾ, ਉਹਨਾਂ ਨੇ ਸਿਰਫ ਆਪਣੀ ਰੋਟੀ ਸੇਕਣੀ ਹੈ। ਉਹ ਪਹਿਲਾਂ ਵੀ ਚੱਲ ਰਿਹਾ ਸੀ ਤੇ ਹੁਣ ਵੀ ਉਹੀ ਹੈ। ਸਿਮਰਨ ਜੀ, ਇੰਨੀ ਬੇਬਾਕੀ ਨਾਲ ਬੋਲਣਾ ਜਦੋਂ ਸ਼ੁਰੂ ਕਰਦੇ ਹੋ ਤਾਂ ਜਦ ਤੱਕ ਗੱਲ ਖਤਮ ਨਹੀਂ ਹੋ ਜਾਂਦੀ ਚੁੱਪ ਨਹੀਂ ਕਰਦੇ। ਡਰ ਨਹੀਂ ਲੱਗਿਆ ਕਦੇ? ਡਰ ਮੈਨੂੰ ਲੱਗਦਾ ਇੱਕੋ ਇੱਕ ਚੀਜ਼ ਹੈ, ਸੱਚ ਹੈ, ਜਿਹੜਾ ਤੁਹਾਨੂੰ ਡਰਨ ਤੋਂ ਬੋਝ ਲੈਂਦਾ। ਸਗੋਂ ਦੀ ਝੂਠ, ਜਿੱਥੇ ਜਿਵੇਂ ਝੂਠ ਦੇ ਪੈਰ ਨਹੀਂ ਹੁੰਦੇ, ਉਹ ਬੋਲਾਂਗੇ ਤਾਂ ਜ਼ਰੂਰ ਹੋਏਗਾ। ਹੁੰਦਾ ਜਿਸ ਤਰ੍ਹਾਂ ਹਜੇ ਤੱਕ ਸਿਰਫ ਇੰਨਾ ਕੁ ਚੱਲਿਆ ਕਿ ਤੁਹਾਡੀਆਂ ਪੋਸਟਰਸ ਦੇ ਨੀਚੇ ਬਹੁਤ ਘਟੀਆ ਕਿਸਮ ਦੇ ਕਮੈਂਟ ਆ ਸਕਦੇ ਨੇ, ਤੁਹਾਨੂੰ ਜਾਣ ਬੁੱਝ ਕੇ ਉਸ ਲਈ ਟੀਜ਼ ਕੀਤਾ ਜਾ ਸਕਦਾ, ਤੁਹਾਡੇ ਮੈਸੇਂਜਰ 'ਤੇ ਆ ਕੇ ਕੁਛ ਇੱਦਾਂ ਦੇ ਲੋਕ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਜਾਂਦੇ ਨੇ ਹੈ ਨਾ। ਪਰ ਮੈਂ 1-2 ਵਾਰੀ ਇਹ ਵੀ ਟਰਾਈ ਕੀਤਾ ਕਿ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਹੋ, ਪਰ ਲੋਕ ਹੁੰਦੇ ਹੀ ਨਹੀਂ। ਜਿਵੇਂ ਆਪਾਂ ਕਹਿੰਦੇ ਨਾ, ਉਹ ਸਿਰ ਨਹੀਂ ਹੁੰਦੇ, ਇਕੱਲੇ ਤਾੜੀ ਤੜ ਹੁੰਦੇ, ਉਹਨਾਂ ਦੇ ਉੱਪਰ ਦਿਮਾਗ ਜਾਂ ਸਿਰ ਹੈ ਹੀ ਨਹੀਂ, ਉਹਨਾਂ ਦੀ ਕੋਈ ਫੋਟੋ ਨਹੀਂ, ਪਤਾ ਨਹੀਂ ਪਰਿਵਾਰ ਕੌਣ ਹੈ, ਉਹ ਜਿਹੜੀਆਂ ਫੇਕ ਆਈਡੀਜ਼ ਬਣਾਈਆਂ ਹੋਈਆਂ। ਤਾਂ ਮੈਨੂੰ ਲੱਗਦਾ ਕੋਈ ਸੱਚਾ ਆ ਕੇ ਸਾਹਮਣੇ ਖੜੂ ਦਲੀਲ ਦੇ ਨਾਲ ਤਾਂ ਫੇਰ ਤਾਂ ਲੱਗੂਗਾ ਵੀ ਕੋਈ ਗੱਲ ਹੈ। ਜਿਨ੍ਹਾਂ ਦੇ ਸਿਰ ਨਹੀਂ ਹੈ, ਸਿਰਫ ਪੈਰ ਨੇ, ਉਹਨਾਂ ਦੇ ਨਾਲ ਕਾਹਦਾ ਡਰਨਾ ਹੋਇਆ। ਅੱਛਾ, ਇੱਦਾਂ ਤੁਹਾਨੂੰ ਡਰਾਉਣ ਦੀ ਕਦੀ ਕੋਸ਼ਿਸ਼ ਕੀਤੀ? ਜੀ, ਇਹ ਅਕਸਰ ਚੱਲਦਾ ਹੈ। ਈਵਨ ਕਿ ਮੈਂ ਦੱਸ ਦੇਵਾਂ ਕਿ ਸਾਹਿਬ ਸਿੰਘ ਸਰ ਦਾ ਇੱਕ ਨਾਟਕ ਸੀ, ਉਹਦਾ ਨਾਮ ਸੀ ਵੈਜਾਈਨਾ ਟਾਕਸ। ਤਾਂ ਉਹਦੀ ਮੈਂ ਵੀ ਪੋਸਟ ਪਾਈ ਕਿਉਂਕਿ ਉਹਦੀ ਸ਼ੁਰੂਆਤ ਮੇਰੀ ਕਵਿਤਾ ਦੇ ਨਾਲ ਸੀ। ਤਾਂ ਉਹਦੀ ਜਦੋਂ ਪੋਸਟ ਪਾਈ ਤੇ ਮੈਂ ਮਤਲਬ ਹੈਰਾਨੀ ਵਾਲੀਆਂ ਗੱਲਾਂ ਕਿ ਲੋਕ ਕਿੱਥੋਂ ਤੱਕ ਸੋਚਦੇ ਨੇ। ਕਿਸੇ ਨੇ ਉਹਨਾਂ ਦੀ ਪੋਸਟ ਸ਼ੇਅਰ ਕਰਕੇ ਉਹਦੇ 'ਤੇ ਮੇਰੇ ਬਾਰੇ ਕਾਫੀ ਕੁਛ ਲਿਖਿਆ ਵੀ ਇਹ ਨਵੀਂ ਚਵਲ ਪਤਾ ਨਹੀਂ ਕੁਛ ਆ ਗਈ ਹੈ ਅਤੇ ਇੱਦਾਂ। ਚਲੋ ਉਹਨਾਂ ਨੇ ਜੋ ਵੀ ਉਹਨਾਂ ਦੀ ਭਾਸ਼ਾ ਵਰਤੀ, ਉਹਦੇ ਸਕਰੀਨਸ਼ਾਟ ਲੈ ਕੇ ਮੇਰੇ ਹਸਬੈਂਡ ਨੂੰ ਭੇਜੇ ਜਾ ਰਹੇ ਨੇ ਕਿ ਆਹ ਦੇਖੋ ਜੀ ਤੁਹਾਡੀ ਵਾਈਫ ਵਾਲੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ। ਤਾਂ ਹੁਣ
ਓਬਵੀਅਸ ਜੀ ਗੱਲ ਹੈ ਕਿ ਹਸਬੈਂਡ ਹੈ ਉਹ ਨਹੀਂ ਉਸ ਤਰ੍ਹਾਂ ਦਾ ਹੈ ਨਾ ਉਹ ਕਰ ਸਕਦੇ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਆਹ ਚੀਜ਼ਾਂ ਹੋ ਰਹੀਆਂ। ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਇੱਥੇ ਮੈਨੂੰ ਵਾਈਫ ਦੇ ਤੌਰ 'ਤੇ ਨਾ ਦੇਖੋ, ਇੱਥੇ ਸ਼ਾਇਦ ਮੈਂ ਸਿਮਰਨ ਅਕਸਾਂ, ਉਹ ਇੱਕ ਅਲੱਗ ਹੈ, ਉਹਨੂੰ ਛੱਡ ਦਿਓ, ਉਹਨੇ ਆਪਣਾ ਆਪ ਆਪੀ ਸਾਂਭ ਲੈਣਾ। ਜਦੋਂ ਆਪਣੀ ਕੋਈ ਗੱਲ ਹੋਏਗੀ ਮੈਂ ਤੁਹਾਨੂੰ ਨਾਲ ਖੜਾਉਂਗੀ ਕਿ ਅਰਵਿੰਦ ਮੈਨੂੰ ਜ਼ਰੂਰਤ ਹੈ, ਆਪਾਂ ਖੜੋ। ਉਹਨੇ ਸਿਮਰਨ ਅਕਸ ਨੇ ਜੇ ਸਾਂਭ ਲਿਆ ਸਾਂਭ ਗਿਆ, ਉਹ ਤੋਂ ਤਾਂ ਚੰਗਾ, ਜੇ ਉਹ ਤੋਂ ਨਾ ਸੰਭਿਆ ਉਹ 'ਤੇ ਲੱਖ ਲਾਹਨਤ ਤਾਂ, ਉਹਨੇ ਆਪਣਾ ਬੋਲਿਆ ਨਹੀਂ ਸਾਂਭ ਸਕੀ। ਫਿਰ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ, ਲੱਭਿਆ ਉਸ ਲੜਕੇ ਨੂੰ, ਉਹ ਮੇਰੇ ਨਾਲ ਵੀ ਐਡ ਸੀ, ਮੈਂ ਉਹਨੂੰ ਮੈਸੇਜ ਭੇਜੇ, ਮੈਂ ਉਹਨੂੰ ਬੜੇ ਚੰਗੇ ਤਰੀਕੇ ਨਾਲ ਗੱਲ ਕੀਤੀ। ਮੈਂ ਕਿਹਾ ਵੀ ਰਾਜੇ ਤੁਸੀਂ ਆਹ ਸ਼ਬਦ ਆਖਿਆ ਵੀ ਇਹਨੂੰ ਪੰਜਾਬੀ 'ਚ ਲਿਖੋ, ਫਿਰ ਜੇ ਐਡੇ ਪੰਜਾਬੀ ਹੋ। ਮੈਂ ਕਿਹਾ ਉਹ ਪੰਜਾਬੀ 'ਚ ਵੀ ਸ਼ਬਦ ਉਹੀ ਆ, ਪਰ ਅਸੀਂ ਗਾਲ ਬਣਾਇਆ। ਕਿਵੇਂ ਬਣਾਇਆ? ਉਹਨੂੰ ਮਾਂ ਨਾਲ ਜੋੜ ਕੇ, ਭੈਣ ਨਾਲ ਜੋੜ ਕੇ। ਅਸੀਂ ਜੇ ਉਹ ਸ਼ਬਦ ਵਰਤ ਵੀ ਲਵਾਂਗੇ ਤਾਂ ਵੀ ਉਹਨੂੰ ਸਲੀਕੇ ਨਾਲ ਵਰਤਾਂਗੇ। ਤੁਸੀਂ ਜਦੋਂ ਵਰਤਦੇ ਹੋ, ਜਿੱਥੋਂ ਜਨਮ ਲੈਂਦੇ ਹੋ, ਜਿਹੜੇ ਰਸਤਿਓਂ ਜਨਮ ਲੈਂਦੇ ਹੋ, ਤੁਸੀਂ ਉਹਨੂੰ ਗਾਲ ਬਣਾ ਕੇ ਧਰਤਾ। ਉਦੋਂ ਸੁੱਚੀ ਜਗ੍ਹਾ ਕੀ ਹੋਊ ਜਿਸ ਰਸਤਿਓਂ ਦੁਨੀਆ ਚੱਲ ਰਹੀ ਹੈ, ਇਹ ਸਮਾਜ ਚੱਲ ਰਿਹਾ। ਤੂੰ ਰਾਜੇ ਉੱਥੋਂ ਜਨਮ ਲਿਆ, ਆਪਣੀ ਮਾਂ ਨੂੰ ਪੁੱਛੀ ਉਹਨੂੰ ਪੰਜਾਬੀ 'ਚ ਕੀ ਕਹਿੰਦੇ ਆ ਜਿੱਥੋਂ ਤੂੰ ਜਨਮ ਲਿਆ। ਫਿਰ ਉਹ ਲੜਕੇ ਨੇ ਹਾਲਾਂਕਿ ਕਾਫੀ ਬੋਲਿਆ ਸੀ, ਉਹਨੇ ਮੈਥੋਂ ਮਾफ़ੀ ਮੰਗੀ। ਫਿਰ ਕਿਹਾ ਭੈਣੇ ਇੱਦਾਂ ਨਹੀਂ ਸੀ, ਮੈਂ ਦੂਜਿਆਂ ਨੂੰ ਵੀ ਕਹੂੰਗਾ, ਬੁਰਾ ਲੱਗਿਆ। ਫਿਰ ਉਹਨੇ ਪੋਸਟ ਵੀ ਡਿਲੀਟ ਕੀਤੀ। ਪਰ ਸਾਰੇ ਇੱਦਾਂ ਦੇ ਵੀ ਨਹੀਂ ਹੁੰਦੇ। ਕੋਸ਼ਿਸ਼ ਇਹ ਰਹਿੰਦੀ ਹੈ, ਮੈਨੂੰ ਸਭ ਤੋਂ ਵੱਡਾ ਲੱਗੇ ਕਿ ਹਸਬੈਂਡ ਨੂੰ ਸਕਰੀਨਸ਼ਾਟ ਭੇਜਣੇ ਕਿ ਦੇਖੋ ਜੀ ਤੁਹਾਡੀ ਵਾਈਫ ਕੀ ਕਰ ਰਹੀ ਆ। ਪਰ ਇਹ ਚੀਜ਼ਾਂ ਤਾਂ ਤੁਹਾਨੂੰ ਜਦੋਂ ਤੁਰਨ ਲੱਗਦੇ ਹੋ ਨਾ, ਘਰੋਂ ਤੁਰਦਿਆਂ ਹੀ ਦਹਲੀਜ਼ ਤੋਂ ਬਾਹਰ ਪੈਰ ਰੱਖਦਿਆਂ ਪਤਾ ਹੁੰਦਾ ਕਿ ਧੁੱਪ ਵੀ ਪੈ ਸਕਦੀ ਹੈ, ਮੀਂਹ ਵੀ ਪੈ ਸਕਦਾ, ਛਾਂ ਨੂੰ ਕੋਈ ਨਹੀਂ ਹੋਊਗਾ, ਤਾਂ ਇਹ ਤੁਸੀਂ ਸੋਚ ਕੇ ਪਹਿਲਾਂ ਹੀ ਚੱਲਦੇ ਹੋ। ਤਾਂ ਹੁਣ ਤਾਂ ਇਹ ਲੱਗਦਾ ਕਿ ਠੀਕ ਹੈ, ਮੌਕੇ ਮੁਤਾਬਿਕ ਸੰਭਾਲਿਆ ਜਾਏਗਾ। ਇੰਨੀ ਸੀਰੀਅਸਲੀ ਉਦੋਂ ਨਹੀਂ ਬੋਲਿਆ ਜਾਂਦਾ ਜਦੋਂ ਇੱਕ ਕੁੜੀ ਦੇ ਅੰਗਾਂ ਦੇ ਨਾਲ ਛੇੜਛਾੜ ਕਰ ਦਿੱਤੀ? ਬਿਲਕੁਲ। ਮੈਂ ਇਹ ਲੇਟੈਸਟ ਜਿਸ ਤਰ੍ਹਾਂ ਹੰਡਾਉਂਦੇ ਆ ਨਾ, ਅਕਸਰ ਫੇਸਬੁੱਕ 'ਤੇ ਵੀ ਇਹ ਪਾਇਆ ਜਾਂਦਾ ਕਿ ਕੁੜੀ ਹੈ ਤਾਂ ਫੇਮ ਮਿਲ ਗਿਆ। ਤੁਸੀਂ ਵੀ ਇਸ ਚੀਜ਼ ਨੂੰ ਹੰਡਾਉਂਦੇ ਹੋਵੋਗੇ ਹੈ ਨਾ, ਉੱਦਾਂ ਦੇ ਕਮੈਂਟਸ। ਕੁੜੀਆਂ ਲਈ ਸਕਸੈਸਫੁਲ ਹੋਣਾ ਬਹੁਤ ਈਜ਼ੀ ਹੈ, ਬਹੁਤ ਈਜ਼ੀ ਹੈ। ਕੱਲ੍ਹ ਪਰਸੋਂ ਕੋਈ ਗੱਲ ਕਰ ਰਹੇ ਸੀ, ਕਹਿੰਦੇ ਕਿ ਮੈਨੂੰ ਕੁੜੀ ਕੋਈ ਕਹਿ ਰਹੀ ਸੀ ਕਿ ਸੋਹਣੀਆਂ ਕੁੜੀਆਂ ਨੂੰ ਹੀ ਬੁਲਾਇਆ ਜਾਂਦਾ ਫਲਾਨੀ ਜਗ੍ਹਾ 'ਤੇ ਕਿਉਂਕਿ ਮੇਰੇ ਨਾਲ ਦਾਲ ਨਹੀਂ ਗਲਦੀ। ਤਾਂ ਮੈਨੂੰ ਉਹ ਸ਼ਬਦ ਚੁਭੇ। ਜ਼ਰੂਰੀ ਨਹੀਂ ਕਿ ਕੋਈ ਕਿਸੇ ਪੌੜੀਆਂ ਮੁਕਾਮ ਦੀਆਂ ਚੜ੍ਹ ਰਿਹਾ ਉਹ ਤੋਂ ਦਾਲ ਗਲਾ ਕੇ ਹੀ ਚੜ੍ਹ ਰਿਹਾ ਹੈ ਨਾ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਭੱਜ ਲੈਣਾ ਜਾਂ ਤਾਂ ਭਾਗ ਲਓ ਜਾਂ ਭਾਗ ਲਓ, ਦੋ ਚੀਜ਼ਾਂ ਨੇ। ਕਈ ਉਹ ਤੋਂ ਭੱਜ ਜਾਂਦੇ ਆ, ਕਈ ਉਹ 'ਚ ਕਹਿੰਦੇ ਵੀ ਚੱਲ ਫਿਰ ਜਿਵੇਂ ਤੁਸੀਂ ਚੱਲਦੇ ਹੋ ਉਵੇਂ ਚੱਲਦੇ ਆ, ਚਲੋ ਫਿਰ ਹੈ ਨਾ। ਇਹ ਚੀਜ਼ਾਂ ਲੈ ਕੇ ਤੁਸੀਂ ਚੱਲਦੇ ਹੋ। ਤਾਂ ਮੈਨੂੰ ਬॉयਜ਼ ਅਕਸਰ ਇਹ ਆਖ ਜਾਂਦੇ ਆ ਵੀ ਕੁੜੀ ਹੈ, ਸੋਹਣੀ ਹੈ ਤਾਂ ਇਹਨਾਂ ਨੂੰ ਪਸੰਦ ਕਰਦੇ ਆ ਉਸ ਚੀਜ਼ ਦੇ ਮਾਰੇ ਹੈ ਨਾ। ਮੈਨੂੰ ਉੱਥੇ ਜਾ ਕੇ ਇਹ ਲੱਗਦਾ ਵੀ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਮੈਂ ਕਦੀ ਕਿਸੇ ਕੁੜੀ ਦੀ ਪੋਸਟ, ਮੁੰਡੇ ਦੀ ਪੋਸਟ ਨਹੀਂ ਦੇਖੀ ਵੀ ਆਹ ਮੁੰਡਾ ਕੂੜੇ 'ਚੋਂ ਮਿਲਿਆ ਹੈ ਨਾ। ਤੇਜ਼ਾਬ ਪਾਏ ਗਏ ਨੇ, ਰੇਪ ਹੁੰਦੇ ਨੇ ਨਿੱਕੀਆਂ ਨਿੱਕੀਆਂ ਬੱਚੀਆਂ ਦੇ, ਤੁਸੀਂ ਕੱਪੜਿਆਂ ਨੂੰ ਲੈ ਕੇ ਕਰਦੇ ਹੋ। ਮੈਂ ਕਹਿੰਦੀ ਵੀ ਉਹ ਬੱਚੇ ਸਕੂਲ ਦੀ ਸਟੂਡੈਂਟ, ਕਾਲਜ ਦੀ ਸਟੂਡੈਂਟ ਹੈ, ਉਹਨੇ BCom 'ਚ ਐਡਮਿਸ਼ਨ ਲੈਣ ਜਾਣਾ ਸੀ, ਕੀ ਉਹਦੇ ਕੱਪੜਿਆਂ 'ਚ ਤੁਹਾਨੂੰ ਦਿਖਿਆ ਹੋਣਾ? ਫਿਰ ਜੇ ਤੁਹਾਨੂੰ ਲੱਗਿਆ, ਇੱਕ ਹੋਰ ਚੀਜ਼ ਮੈਂ ਇੱਥੇ ਸ਼ੇਅਰ ਕਰਨਾ ਚਾਹੁੰਦੀ ਹਾਂ, ਮੇਰੇ ਜ਼ਿਹਨ 'ਚ ਆਈ ਕਈ ਵਾਰ ਸਕਿਪ। ਮੈਨੂੰ ਸਭ ਤੋਂ ਵੱਡੀ ਤਕਲੀਫ ਹੁੰਦੀ ਹੈ ਜਦੋਂ ਕਹਿੰਦੇ ਨੇ ਕਿ ਇਹ ਤਾਂ ਜੀ ਕੁਦਰਤੀ ਹੈ ਇਸ ਤਰ੍ਹਾਂ ਦੇ ਹਾਵ ਭਾਵ ਉੱਠਣੇ। ਕਈ ਨੀਚ ਸੋਚਾਂ ਇਹ ਵੀ ਹੈ ਕਿ ਰੇਪ ਤਾਂ ਹੋਣਗੇ ਕੁੜੀਆਂ, ਇਹ ਤਾਂ ਜੀ ਓਪੋਜ਼ਿਟ ਸੈਕਸ ਹੈ, ਅਟਰੈਕਸ਼ਨ ਹੋ ਜਾਂਦੀ ਹੈ। ਇਹ ਬਿਲਕੁਲ ਨਹੀਂ। ਜੇ ਓਪੋਜ਼ਿਟ ਸੈਕਸ ਹੁੰਦੀ ਹੈ ਤਾਂ ਮਾਂ, ਭੈਣ, ਧੀ ਦੇ ਨਾਲ ਵੀ ਤਾਂ ਓਪੋਜ਼ਿਟ ਸੈਕਸ ਹੈ ਨਾ। ਕਿ ਅਸੀਂ ਉੱਥੇ ਵੀ ਅਵੱਗਿਆ ਕਰ ਜਾਂਦੇ ਹਾਂ, ਕਿ ਅਸੀਂ ਉੱਥੇ ਵੀ ਅਟਰੈਕਟ ਹੁੰਦੇ ਹਾਂ। ਫਾਦਰ ਆਪਣੀ ਧੀ ਨੂੰ ਨਿਭਾਉਂਦਾ ਵੀ ਹੈ, ਕਿੰਨੇ ਸਾਲਾਂ ਤੱਕ ਉਹਦੇ ਨਾਲ ਰਹਿੰਦੀ ਹੈ, ਪੈਂਦੀ ਬਹਿੰਦੀ ਹੈ। ਫਿਰ ਓਪੋਜ਼ਿਟ ਸੈਕਸ ਜੇ ਕੁਦਰਤੀ ਹੈ ਤਾਂ ਉੱਥੇ ਤਾਂ ਕਦੀ ਨਹੀਂ ਇਹ ਵਾਪਰਦਾ ਨਾ। ਮੀਨ ਤੁਹਾਡੇ ਮਨ 'ਚ ਇੱਕ ਫਿਲਟਰ ਤੇ ਹੈ ਨਾ ਵੀ ਇਹ ਸਹੀ ਹੈ ਜਾਂ ਗਲਤ। ਤੁਸੀਂ ਇਹ ਆਖੋ ਕਿ ਹਾਂ ਅਸੀਂ, ਜਿਵੇਂ ਕਿਸੇ ਨੇ ਸ਼ੇਅਰ ਵੀ ਕੀਤਾ ਕਿ ਆਪਣੀ ਭੈਣ ਲਈ ਤੇ ਅਸੀਂ ਭਰਾ ਹੋ ਜਾਂਦੇ ਹਾਂ, ਦੂਜੇ ਦੀ ਭੈਣ ਲਈ ਅਸੀਂ ਕੁੱਤੇ ਹੋ ਜਾਂਦੇ ਹਾਂ ਹੈ ਨਾ। ਉੱਥੇ ਜਾ ਕੇ ਤੁਸੀਂ ਆਪਣੇ ਮਨ ਨੂੰ ਕਾਬੂ 'ਚੋਂ ਛੱਡ ਦਿਓ। ਪਹਿਲਾ ਖਿਆਲ ਤਾਂ ਤੁਹਾਡੀ ਆਤਮਾ 'ਚ ਆਉਂਦਾ ਹੋਣਾ, ਪਰ ਉਸ ਤੋਂ ਗਾਂਹ ਲੰਘਦੇ ਹੋ, ਪਸ਼ੂ ਹੋ ਕੇ ਗਾਂਹ ਲੰਘਦੇ ਹੋ। ਤਾਂ ਇਹ ਕੁਦਰਤੀ ਕੁਛ ਨਹੀਂ ਹੈ। ਕੁਦਰਤੀ ਤਾਂ ਫਿਰ ਕੁੜੀ 'ਚ ਵੀ ਹੈ। ਕੁੜੀ ਨੂੰ ਵੀ ਕੋਈ ਚੰਗਾ ਲੱਗਦਾ ਹੋ ਸਕਦਾ, ਕੁੜੀ ਦਾ ਵੀ ਜੀਅ ਕਰਦਾ ਹੋ ਸਕਦਾ ਕਿ ਮੈਨੂੰ ਬਹੁਤ ਖੂਬਸੂਰਤ ਲੱਗਦਾ, ਮੈਂ ਇਹਨੂੰ ਛੂਹ ਕੇ ਵੇਖਾਂ, ਪਰ ਉਹ ਉਹਦੇ ਤੋਂ ਉਲੰਘਣਾ ਨਹੀਂ ਕਰਦੀ। ਕਈ ਵਾਰ ਇੱਦਾਂ ਵੀ ਹੁੰਦਾ ਕਿ ਜੇ ਛੋਟੀ ਛੋਟੀ ਬੱਚੀਆਂ ਦੇ ਨਾਲ ਕੋਈ ਉਹਨਾਂ ਦੇ ਨਾਲ ਰੋਂਗ ਟੱਚ ਉਹਨਾਂ ਨੂੰ ਪੜਾਇਆ ਜਾਂਦਾ ਤੇ ਬੱਚੀ ਆਪਣੀ ਮਾਂ ਨੂੰ, ਆਪਣੀ ਵੱਡੀ ਭੈਣ ਨੂੰ ਦੱਸਦੀ ਹੈ, ਪਰਿਵਾਰ ਦੀ ਇੱਜ਼ਤ ਨੂੰ ਦੀ ਖਾਤਰ ਉਸ ਬੱਚੀ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ ਤੇ ਉਸਦੀ ਆਪਣੀ ਇੱਜ਼ਤ ਕਿਸ ਤਰ੍ਹਾਂ ਦਬਾ ਦਿੱਤੀ ਜਾਂਦੀ ਹੈ। ਇਹ ਵੀ ਤਾਂ ਕਿੰਨਾ ਗਲਤ ਹੈ। ਇਹ ਬਿਲਕੁਲ ਹੈ, ਇਹ ਡਰ ਨੇ ਸਮਾਜ ਦੇ ਹੈ ਨਾ। ਮੈਂ ਆਜ਼ਾਦੀ ਮੇਰਾ ਬ੍ਰਾਂਡ, ਤੁਸੀਂ ਜੇ ਕਿਤਾਬ ਪੜ੍ਹੀ ਹੋਵੇ ਤਾਂ ਹੈ ਨਾ, ਉਹਦੇ ਵਿੱਚ ਇੱਕ ਜ਼ਿਕਰ ਹੈ ਕਿ ਫੋਰਨ ਦੀ ਕੁੜੀ ਇੱਧਰ ਘੁੰਮਣ ਆਉਂਦੀ ਹੈ ਤਾਂ ਉਹਦੀ ਮਾਂ ਨੇ ਉਹਨੂੰ ਪਿਲਸ ਦਿੱਤੀਆਂ ਕਿ ਦੇਖੋ ਸਾਰਾ ਸਮਾਜ ਤੁਹਾਡੇ ਵਰਗਾ ਨਹੀਂ ਹੋ ਸਕਦਾ, ਕਦੇ ਕਿਤੇ ਕੋਈ ਗਲਤ ਇੱਦਾਂ ਦੀ ਹਰਕਤ ਹੋ ਜੇ, ਇੱਕ ਹਾਦਸਾ ਹੋਊਗਾ, ਇਹਨੂੰ ਹਾਦਸਾ ਸਮਝ ਕੇ ਤੁਸੀਂ ਪਿਲਸ ਲੈਣੀਆਂ, ਆਪਦੀ ਜ਼ਿੰਦਗੀ ਨਹੀਂ ਰੋਕਣੀ। ਅਸੀਂ ਇੱਥੇ ਹਊਆ ਬਣਾ ਦਿੱਤੀਆਂ ਚੀਜ਼ਾਂ ਹੈ ਨਾ। ਤੁਸੀਂ ਬੱਸ 'ਚ ਖੜ੍ਹੇ ਹੋ, ਬਾਈ ਚਾਂਸ ਤੁਹਾਡਾ ਦੁਪੱਟਾ ਤਿਲਕ ਗਿਆ, ਉੱਥੇ ਕੁੜੀ ਨੂੰ 2 ਦਿਨ ਡਿਪਰੈਸ਼ਨ ਨਹੀਂ ਜਾਂਦੀ ਕਿ ਇੰਨੇ ਜਾਣੇ ਦੇਖ ਰਹੇ ਸੀ ਮੇਰਾ ਦੁਪੱਟਾ ਤਿਲਕ ਗਿਆ। ਯਾਨੀ ਇਹ ਕੁਛ ਅਸੀਂ ਟੈਬੂਜ਼ ਆਪ ਹੀ ਕੀਤੇ ਹੋਏ ਨਾ ਕ੍ਰੀਏਟ। ਐਡੀ ਕਿੱਡੀ ਗੱਲ ਹੁੰਦੀ, ਕੀ ਹੋ ਜਾਂਦਾ ਮਸਲਾ, ਤੁਹਾਡੀ ਬਰਾ ਦੀ ਸਟ੍ਰਿਪ ਦਿਖਦੀ ਹੈ ਤੇ ਦੂਸਰੇ ਪਿਛਲੇ ਸਾਰਿਆਂ ਦੀਆਂ ਲਾਲਾਂ ਡਿੱਗਣ ਲੱਗ ਜਾਂਦੀਆਂ। ਕੀ ਚੀਜ਼ ਹੈ? ਇੱਕ ਕੱਪੜਾ ਹੈ ਨਾ। ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਐਡਾ ਅਸੀਂ ਆਪਣੇ ਮਨ ਨੂੰ ਉੱਦਾਂ ਦੀਆਂ ਚੀਜ਼ਾਂ ਪੋਲਿਸ਼ ਕਰਕੇ ਦੇਤੀਆਂ।
ਜੈਂਟਸ ਦੇ ਅੰਡਰਗਾਰਮੈਂਟਸ ਪਏ ਆ, ਕੋਈ ਦਿੱਕਤ ਨਹੀਂ। ਲੇਡੀਜ਼ ਦੇ ਅੰਡਰਗਾਰਮੈਂਟਸ ਲੁਕੋ ਕੇ ਸੁੱਕਣੇ, ਤੁਸੀਂ ਉਹਨਾਂ ਨੂੰ ਧੁੱਪ ਨਹੀਂ ਲਵਾ ਸਕਦੇ ਕਿਉਂਕਿ ਜੀ ਬਾਹਰ ਸਾਰੇ ਜੈਂਟਸ ਹੁੰਦੇ ਨੇ। ਤਾਂ ਇਹ ਚੀਜ਼ਾਂ ਅਸੀਂ ਆਪ ਪੈਦਾ ਕੀਤੀਆਂ ਨੇ, ਬੱਚੇ ਨੂੰ ਬਚਪਨ ਤੋਂ ਸਿਖਾਉਣ ਲੱਗ ਗਏ। ਮੁੰਡਿਆਂ ਨੂੰ ਰੋਕਣਾ ਛੱਡਤਾ, ਕੁੜੀਆਂ ਨੂੰ ਡੱਕਣਾ ਸ਼ੁਰੂ ਕਰਤਾ। ਇਹ ਮੈਨੂੰ ਲੱਗਦਾ ਜਿਵੇਂ ਜਿਵੇਂ ਸਮਾਜ ਅੱਗੇ ਜਾਂਦਾ ਜਾਂਦਾ ਥੋੜ੍ਹਾ ਥੋੜ੍ਹਾ ਤਾਂ ਫਰਕ ਪੈ ਗਿਆ, ਪਰ ਉਹ ਜਿਹੜੀ ਖੁੱਲ੍ਹ ਸੀ, ਉਹ ਓਲੇ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਵੱਧ ਗਏ ਨੇ। ਬੇਟੀ ਬਚਾਓ ਬੇਟੀ ਪੜਾਓ ਇੱਕ ਵਾਰਨਿੰਗ ਬਣ ਚੁੱਕੀ ਹੈ। ਬਿਲਕੁਲ, ਇਹ ਮੈਨੂੰ ਲੱਗਦਾ ਇਸ ਸਮੇਂ ਦਾ ਸਭ ਤੋਂ ਸ਼ਰਮਨਾਕ ਤੇ ਸਭ ਤੋਂ ਲਾਂਤੀ ਨਾਰਾ ਹੋ ਗਿਆ। ਉਸ ਸਟੇਟ ਦੇ ਵਿੱਚ ਜਿੰਨੇ ਜ਼ਿਆਦਾ ਰੇਪ ਹੋ ਰਹੇ ਨੇ, ਰੇਪ ਤੋਂ ਬਾਅਦ ਜਿੱਦਾਂ ਦੇ ਬਿਆਨ ਆ ਰਹੇ ਨੇ, ਉਹ ਸਭ ਤੋਂ ਡਿਸਕਸਟਿੰਗ ਹੈ। ਬੇਟੀ ਬਚਾਓ, ਸਹੀ ਕਹਿ ਰਹੇ, ਕਿਤੋਂ ਬਚਾਈਏ? ਜੇ ਤੋਂ ਅਸੀਂ ਬੇਟੀ ਬਚਾਉਣੀ ਆ, ਉਹ ਤੁਹਾਡੇ ਨੇ, ਉਹ ਤਾਂ ਤੁਹਾਡੇ ਆਪਣੇ ਖਾਸ ਨੇ, ਉਹਨਾਂ ਤੋਂ ਅਸੀਂ ਕਿਵੇਂ ਬਚਾ ਲਾਂਗੇ? ਇਹ ਇੱਥੇ ਹੱਕ ਇਹ ਬਣਦਾ ਕਿ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ, ਫਿਰ ਹੀ ਉਸ ਚੀਜ਼ 'ਤੇ ਅਸੀਂ ਕੁਝ ਸੋਚ ਸਕਦੇ ਹਾਂ। ਨਹੀਂ ਤਾਂ ਅੱਜ ਹੋ ਰਿਹਾ, ਕੱਲ੍ਹ ਹੋ ਰਿਹਾ, ਪਤਾ ਹੀ ਨਹੀਂ ਕਿੰਨੇ ਹਾਦਸੇ ਤੁਹਾਡੇ ਕਹਿਣ ਵਾਂਗ ਸਾਡੇ ਸਾਹਮਣੇ ਹੀ ਨਹੀਂ ਆਉਂਦੇ, ਪਤਾ ਹੀ ਨਹੀਂ ਚੱਲਦਾ ਉਹ ਹਾਦਸੇ। ਇੱਕ ਸਰਕਾਰੀ ਰੈਕਡ ਹੈ ਮੈਮ, ਇੱਕ ਸਰਕਾਰੀ ਡਾਟਾ ਇਹ ਕਹਿੰਦਾ ਕਿ ਹਰ ਰੋਜ਼ 90 ਦੇ ਕਰੀਬ ਦੁਸ਼ਕਰਮ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸਾਹਮਣੇ ਸਿਰਫ 3 ਤੋਂ 4 ਆਉਂਦੇ ਨੇ, ਬਾਕੀ ਲੁਕੋ ਲਏ ਜਾਂਦੇ ਨੇ। ਬਿਲਕੁਲ, ਇਹ ਬਿਲਕੁਲ ਸੱਚ ਹੈ। ਕਿੰਨੇ ਘਰ ਵਾਲੇ ਲੁਕੋ ਲੈਂਦੇ ਹੋਣਗੇ ਕਿ ਜੇ ਇਹ ਗੱਲ ਬਾਹਰ ਜਾਂਦੀ ਹੈ ਤਾਂ ਆਪਾਂ ਕਿਵੇਂ ਕਰਾਂਗੇ, ਆਪਣਾ ਕੱਲ੍ਹ ਨੂੰ ਵਿਆਹ ਨਹੀਂ ਹੋਣਾ, ਹੈ ਨਾ, ਇਹ ਚੀਜ਼ਾਂ ਕਰਕੇ। ਕਿੰਨੇ ਆ ਜਿਹੜੇ ਸਰਕਾਰੀ ਫਾਈਲਾਂ 'ਚ ਹੀ ਲੁਕੋ ਦਿੱਤੇ ਜਾਂਦੇ ਨੇ। ਹੁਣ ਬਿਲਕੁਲ ਸ਼ਰੇਆਮ ਸਾਡੇ ਕੋਲ ਵੀਡੀਓਜ਼ ਆ ਗਈਆਂ ਕਿ ਉਹ ਪੁੱਛ ਰਹੇ ਨੇ ਕਿ ਤੁਸੀਂ ਜਲਾ ਕੀ ਰਹੇ ਹੋ। ਉਹਨਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਡੈੱਡ ਬੋਡੀ ਐਡੀ ਕੀ ਲੋੜ ਪੈ ਗਈ। ਇਹ ਸਾਰਾ ਸਿਸਟਮ ਉਸ ਚੀਜ਼ 'ਤੇ ਜੁਟ ਗਿਆ। ਜਿੰਨੀ ਪੁਲਿਸ ਫੋਰਸ ਉੱਥੇ ਮੌਜੂਦ ਹੈ ਸੰਸਕਾਰ ਵੇਲੇ, ਉਨੀ ਪੁਲਿਸ ਫੋਰਸ ਜੀ ਉਹਨਾਂ ਨੂੰ ਲੱਭਣ 'ਤੇ ਲੱਗਦੀ, ਮੈਨੂੰ ਲੱਗਦਾ ਉਹ ਰਾਤੋਂ ਰਾਤ 4 ਬੰਦੇ ਲੱਭ ਸਕਦੇ ਸੀ, ਪਰ ਤੁਸੀਂ ਉਹ ਚੀਜ਼ ਕਰਨੀ ਹੀ ਨਹੀਂ ਹੈ। ਇੱਕ ਤਾਂ ਸਮਾਜ ਦੀ ਸੋਚ ਦੇਖੋ ਕਿ ਇੱਕ ਤਾਂ ਚਲੋ ਤੁਹਾਡਾ ਮਨ ਵਹਿ ਗਿਆ, ਤੁਸੀਂ ਕਹਿੰਦੇ ਹੋ ਜੀ ਰੇਪ ਕਰ ਲਿਆ, ਤੁਸੀਂ ਗੁਪਤੰਗਾਂ ਨੂੰ ਜਲਾ ਰਹੇ ਹੋ, ਤੁਸੀਂ ਰੀੜ੍ਹ ਦੀ ਹੱਡੀ, ਜੀਭ ਕੱਟ ਦੇਣਾ। ਮੈਨੂੰ ਸੋਚ ਕੇ ਸੁਮਨ ਬੇਚੈਨੀ ਹੋਈ, ਉਹਨੂੰ ਕੀ ਹੋਇਆ ਹੋ, ਉਹਦੇ ਕੀ ਬੀਤਿਆ ਹੋਣਾ। ਜੇ ਉਸ ਵਕਤ ਉਹ ਜਿਉਂਦੀ ਹੋਈ, ਉਹ ਕੀ ਸੋਚਦੀ ਹੋ? ਫਿਰ ਉਹਦੀ ਮਾਂ, ਮੈਨੂੰ ਲੱਗਦਾ ਸਾਰੀ ਉਮਰ ਲਈ ਉਹਦੀ ਖਤਮ ਹੋ ਗਈ ਸੋਚ। ਇੱਕ ਬੱਚੀ ਦੇ, ਮੈਂ ਕਹਿੰਦੀ ਹਾਂ, ਕਿਤੇ ਸੂਈ ਵੀ ਚੁੱਭ ਜਾਂਦੀ ਹੈ, ਵਿਆਹੇ ਬਰੇ ਗਏ ਆ, ਫਿਰ ਵੀ ਮੰਮੀ ਨੂੰ ਲੱਗਦਾ ਵੀ ਕਿਤੇ ਐ ਨਾ ਹੋ ਜੇ। ਮੈਂ ਕਿਤੇ ਜਿਸ ਤਰ੍ਹਾਂ ਧਰਨੇ 'ਤੇ ਵੀ ਗਈ ਹਾਂ, ਮੇਰੇ ਬ੍ਰਦਰ ਨੂੰ ਇਹ ਲੱਗਿਆ, ਪਤਾ ਉੱਥੇ ਕਿੰਨਾ ਰਸ਼ ਹੈ, ਵੀ ਉਹਨਾਂ ਨੂੰ ਲੱਗਿਆ ਵੀ ਆਉਂਦੇ ਜਾਂਦੇ ਟੱਚ ਕਰਨਾ ਜਾਂ ਹੋਰ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਕਿਸਾਨਾਂ ਦਾ ਧਰਨਾ ਵੀ ਵੀਰੇ, ਇੰਨਾ ਕੁ ਸੇਫ ਫੀਲ ਕਰਾਉਂਦੇ ਆ ਨਾ, ਸੱਚੀ ਉੱਥੇ ਜਾ ਕੇ ਤੁਹਾਨੂੰ ਲੱਗਦਾ ਵੀ ਹਾਂ ਕੁੜੀ ਆਈ, ਉਹਨਾਂ ਨੇ ਜਗ੍ਹਾ ਦਿੱਤੀ ਹੈ। ਉੱਥੇ ਇੱਕ ਮਾਂ ਸਾਰੀ ਉਮਰ, ਇੱਕ ਫਾਦਰ ਕੀ ਸੋਚ ਰਿਹਾ, ਉਹਨਾਂ ਦਾ ਮਰਨ ਪਹਿਲਾਂ ਹੋ ਗਿਆ, ਬੱਚੀ ਤੋਂ ਪਹਿਲਾਂ ਹੀ ਮਰ ਗਏ ਹੋਣੇ, ਉਹਦੇ ਮੂੰਹੋਂ ਹਾਲ ਸੁਣ ਕੇ ਉਹ ਜਦੋਂ ਨੇ ਬਿਆਨ ਕੀਤਾ ਹੋਣਾ। ਇੱਕ ਹੋਰ ਜਿਹੜੀ ਤਸਵੀਰ ਸ਼ੇਅਰ ਹੋਈ ਸੀ ਕਿ ਸਾਹਮਣੇ ਮਾਂ-ਬਾਪ ਨੂੰ ਬੰਨ੍ਹ ਕੇ ਤੇ ਰੇਪ ਕੀਤਾ, ਉਹ ਬੱਚੀ ਨੂੰ ਤੋੜ ਕੇ ਲੈ ਕੇ ਜਾ ਰਹੇ ਸੀ, ਹੈ ਨਾ। ਆਪਾਂ ਨੂੰ ਕ੍ਰੈਡੀਬਿਲਿਟੀ ਨਹੀਂ ਪਤਾ, ਪਰ ਉੱਥੇ ਸੋਚ ਕੇ ਮੈਨੂੰ ਇਹ ਲੱਗਦਾ ਇਹ 47 ਵਾਲੀ ਦਰਿੰਦਗੀ, ਇਹ 84 ਵਾਲੀ ਦਰਿੰਦਗੀ, ਫਿਰ ਤਾਂ ਸਮਾਂ ਕਿਤੇ ਵੀ ਸੇਫ ਨਹੀਂ। ਫਿਰ ਤੇ ਕੁਛ ਇਹੋ ਜਿਹੀ ਆਜ਼ਾਦੀ ਸਾਨੂੰ ਚਾਹੀਦੀ ਨਹੀਂ, ਬਿਲਕੁਲ ਨਹੀਂ ਸੀ ਚਾਹੀਦੀ। ਇਹ ਕੋਈ ਹੋਇਆ ਹੀ ਨਹੀਂ। ਵੰਡੇ ਗਏ ਆ, ਸਗੋਂ ਉਹ ਜਿਹੜਾ ਕਹਿਰ ਹੋਇਆ, ਕੀ ਮਾਨੇ ਨੇ ਉਹਨਾਂ ਲਈ ਜਿਨ੍ਹਾਂ ਦੀਆਂ ਪੀੜ੍ਹੀਆਂ ਮੁੱਕ ਗਈਆਂ, ਜਿਨ੍ਹਾਂ ਦੇ 20 30 ਜਾਣੇ ਹੈ ਨਾ ਖਤਮ ਹੋ ਗਏ, ਅਤੇ ਜਿਨ੍ਹਾਂ ਦੇ ਦੋਸ਼ੀ ਅਜੇ ਵੀ ਸਰਕਾਰਾਂ ਦੀਆਂ ਦਿੱਤੀਆਂ ਖਾ ਰਹੇ ਨੇ, ਹੈ ਨਾ। ਤਾਂ ਉਹਦੇ ਵਿੱਚ ਸਾਨੂੰ ਆਜ਼ਾਦੀ ਦਾ ਕੋਈ ਮਾਨਾ ਹੈ ਹੀ ਨਹੀਂ ਹੈ। ਕਿਸੇ ਕੇਸ ਦੇ ਵਿੱਚ ਪ੍ਰੂਵ ਹੋ ਜਾਂਦਾ ਕਿ ਦੁਸ਼ਕਰਮ ਹੋਇਆ ਹੈ, ਇਹ ਦੋਸ਼ੀ ਹੈ, ਸਾਹਮਣੇ ਖੜਾ ਹੈ, ਇੰਨੇ ਸਾਲ ਲੰਘ ਜਾਂਦੇ ਨੇ, ਉਹਨੂੰ ਫਾਂਸੀ ਦੀ ਸਜ਼ਾ ਦੇਣ 'ਤੇ ਇੱਕ ਜੁਵੈਨਾਈਲ ਨੂੰ ਛੱਡ ਦਿੱਤਾ ਜਾਂਦਾ। ਜਦੋਂ ਉਹ ਕੁਕਰਮ ਕਰਦਾ, ਜਦੋਂ ਦੁਸ਼ਕਰਮ ਕਰਦਾ, ਉਦੋਂ ਨਹੀਂ ਉਹਨੂੰ ਪਤਾ ਕਿ ਮੈਂ ਜੁਵੈਨਾਈਲ ਹਾਂ। ਬਿਲਕੁਲ ਇਹ ਫਿਰ ਉਹੀ ਸਿਆਸਤ ਦਾ ਇੱਕ ਹੱਥ ਹੈ ਨਾ ਉਹਦੇ ਸਿਰ 'ਤੇ। ਅਦਰਵਾਈਜ਼ ਕਿਉਂ ਕੋਈ ਕਿਸੇ ਨੂੰ ਬਚਾਉਣਾ ਚਾਹੇਗਾ? ਮੈਨੂੰ ਇੱਕ ਇਹ ਵੀ ਲੱਗਦਾ ਕਿ ਜਦੋਂ ਅਸੀਂ ਕੇਸ ਦੀ ਗੱਲ ਕਰਦੇ ਹਾਂ, ਹੈ ਨਾ, ਅਸੀਂ ਸਟੈਪ ਬਾਏ ਸਟੈਪ ਚੱਲੀਏ। ਵਕੀਲ ਜਿਹੜੇ ਨੇ, ਜਿਹੜੇ ਰੇਪ ਵਾਲੇ, ਜਿਹੜੇ ਮੁਜਰਮ ਦਾ ਸਾਥ ਦਿੰਦੇ ਨੇ, ਉਹਨਾਂ ਦਾ ਕੇਸ ਲੜਦੇ। ਮੇਰਾ ਅਗਲਾ ਸਵਾਲ ਇਹੀ ਸੀ ਕਿ ਕਿਹੋ ਜਿਹੇ ਗੰਦੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਕਿ ਜਿੱਥੇ ਇੱਕ ਦੁਸ਼ਕਰਮ ਕਰਨ ਵਾਲੇ ਨੂੰ ਵੀ ਵਕੀਲ ਮਿਲ ਜਾਂਦਾ। ਇਹ ਰੇਪ ਕਿੱਦਾਂ ਰੁਕਣਗੇ? ਇੱਥੇ ਇਹ ਹੋਣਾ ਹੀ ਨਹੀਂ ਚਾਹੀਦਾ। ਉਹਨਾਂ ਲਈ ਵਕੀਲ, ਉਹ ਜੱਜ ਕਿਹੋ ਜਿਹੇ ਨੇ। ਪਰ ਫਿਰ ਉੱਥੇ ਗੱਲ ਆਉਂਦੀ ਹੈ ਸੁਮਨ ਜੀ, ਕਿਹਨੂੰ ਲਾਨਤ ਪਾਈਏ? 32 ਜਾਣਿਆਂ ਨੂੰ ਤੁਸੀਂ ਵਰੀ ਕਰਕੇ ਤੁਰ ਗਏ ਹੋ ਕਿਉਂਕਿ ਤੁਹਾਡੀ ਰਿਟਾਇਰਮੈਂਟ ਹੈ, ਕਿਉਂਕਿ ਤੁਸੀਂ ਅਹੁਦਾ ਲੈਣਾ। ਅਖੇ ਜੀ ਉਹ ਭੀੜ ਨੂੰ ਹਟਾ ਰਹੀ ਸੀ, ਉਹ ਭੀੜ ਨੂੰ ਭੜਕਾ ਨਹੀਂ ਸੀ ਰਹੇ। ਅਤੇ ਦੁਨੀਆ ਜਿਹੜੀ ਉੱਥੇ ਸ਼ਾਮਲ ਸੀ, ਜਿਹੜੇ ਮਰੇ ਸੀ, ਉਹ ਸਾਰੇ ਅੰਨੇ ਸੀ। ਜਿਹੜੇ ਉਹਨਾਂ ਨੇ ਇਹ ਕੇਸ ਜਿਨ੍ਹਾਂ ਨੇ ਫਾਈਲ ਕਰਵਾਇਆ, ਹੈ ਨਾ, ਉਹ ਸਾਰੇ ਬੇਵਕੂਫ ਸੀ। ਇੱਥੇ ਸਾਡੇ ਕੋਲ ਸਰਪ੍ਰਸਤੀਆਂ ਨੇ, ਨਿੱਕੇ ਤੋਂ ਨਿੱਕਾ ਬੰਦਾ। ਹੁਣ ਮੈਂ ਆਪਸ 'ਚ ਗੱਲ ਕਰ ਰਹੇ ਹਾਂ, ਕੋਈ ਇੱਥੇ ਮਾਲ ਓਪਨ ਹੋ ਰਹੇ ਨੇ, ਉਹ ਪੈਨ ਇੰਡੀਆ ਕਿਸੇ ਸਾਡੇ ਲੋਕਲ ਨੇਤਾ ਦੇ ਨੇ। ਸਾਡੇ 10 ਪੀੜ੍ਹੀਆਂ ਤੱਕ ਜਵਾਕ ਉਹਨਾਂ ਦੇ ਬਰਾਬਰ ਨਹੀਂ ਖੜ ਸਕਣਗੇ ਜਿਨ੍ਹਾਂ ਦੇ ਪੈਨ ਇੰਡੀਆ ਇਸ ਵਕਤ ਏਡੇ ਮਾਰਟ, ਏਡੇ ਵੱਡੇ ਮਾਲ ਚੱਲ ਰਹੇ ਨੇ, ਅਤੇ ਉਹਨਾਂ ਨੇ ਅੱਗੇ ਹੀ ਰਾਈਜ਼ ਕਰਦੇ ਜਾਣਾ। ਫਿਰ ਉਹ ਅਡਵਾਨੀ ਇਹ ਸਾਡੇ ਤਾਂ ਫਿਰ ਪਹੁੰਚ 'ਚ ਹੈ ਨਹੀਂ। ਇਹ ਅੰਬਾਨੀਆਂ ਦਾ ਅਸੀਂ ਕੀ ਕਰ ਲਾਂਗੇ? ਇੱਥੇ ਜਿੱਥੇ ਤੁਸੀਂ
50,000 ਦੇ ਕਰਜ਼ੇ ਪਿੱਛੇ ਕਿਸਾਨ ਨੂੰ ਮਰਨ ਲਈ ਮਜਬੂਰ ਕਰ ਦਿੰਦੇ ਹੋ। 50,000 ਬਹੁਤ ਵੱਡੀ ਚੀਜ਼ ਹੈ ਸੁਮਨ ਜੀ। 10 ਰੁਪਏ ਦੀ ਰੋਟੀ ਪਿੱਛੇ ਮਾਂ ਆਪਦੇ ਬੱਚਿਆਂ ਨੂੰ ਲੈ ਕੇ ਖੂਹ 'ਚ ਲਟਕ ਜਾਂਦੀ ਹੈ ਕਿ ਸਾਨੂੰ ਰੋਟੀ ਨਹੀਂ ਮਿਲਣੀ, ਹੈ ਨਾ। ਇੱਥੇ ਸਾਡੇ ਜਿੱਥੇ ਪੁੱਤਾਂ ਵਰਗੇ ਟਰੈਕਟਰ ਇਸ ਕਰਕੇ ਲੈ ਜਾਂਦੇ ਆ, ਕੁਰਕੀ ਕਰਕੇ ਖੇਤਾਂ ਦੀਆਂ ਜ਼ਮੀਨਾਂ ਦੱਬੀਆਂ ਜਾਂਦੀਆਂ, ਜਿੱਥੇ ਦਾਜ ਕਰਕੇ ਪਤਾ ਨਹੀਂ ਕਿੰਨੀਆਂ ਕਰੋੜਾਂ ਕੁੜੀਆਂ ਮਰ ਗਈਆਂ ਹੋਣਗੀਆਂ। ਉਹ ਲੱਖ ਰੁਪਏ ਦੀ ਚੀਜ਼, ਉਹ 2 ਲੱਖ ਰੁਪਏ ਦੀ, ਇੱਥੇ ਜੀ 1400 1000 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਘਪਲੇ ਕਰਕੇ ਉਹ ਫੌਰਨ ਤੁਰ ਗਏ। ਉਹ ਆਪਣੇ ਬੱਚੇ ਵੀ ਆਰਾਮ ਦੇ ਨਾਲ ਉਹਨਾਂ ਦੇ ਐਸ਼ਾਂ ਨੇ, ਹੈ ਨਾ। ਤਾਂ ਮੈਨੂੰ ਨਹੀਂ ਸਮਝ ਆਉਂਦੀ ਇਹ ਕੀ ਹੈ ਇਹਦੇ ਵਿੱਚ। ਰੱਬ ਜੇ ਕਿਤੇ ਹੈ ਤਾਂ ਉਹ ਕੌਣ ਹੈ? ਕਿੱਦਾਂ ਦਾ ਲੱਖ ਲਾਹਨਤਾਂ ਇਹੋ ਜਿਹੇ ਰੱਬ ਨੂੰ ਵੀ। ਮੈਨੂੰ ਲੱਗਦਾ ਰੱਬ ਦੀ ਮਾਂ ਨਹੀਂ ਹੋਣੀ, ਨਹੀਂ ਤਾਂ ਉਹਨੂੰ, ਜੇ ਰੱਬ ਇੱਦਾਂ ਦਾ, ਹੈ ਨਾ। ਮੈਂ ਇੱਕ ਸ਼ੇਰ ਦੇ ਵਿੱਚ ਇੱਕ ਸ਼ੇਰ ਸੀ ਗਜ਼ਲ ਦਾ ਕਿ ਲਿਖਦਾ ਕੈਸੇ ਲੇਖ ਕੋ ਲੈਣੇ ਰੱਬਾ ਤੇਰੀ ਮਾਂ ਨਹੀਂ ਕੋਈ। ਵੀ ਜੇ ਇੱਦਾਂ ਦੀਆਂ ਚੀਜ਼ਾਂ ਇਸ ਉਹਦੇ 'ਚ ਚੱਲ ਰਹੀਆਂ, ਕਿਹੜਾ ਰੱਬ? ਫਿਰ ਤਾਂ ਉਹ ਹਰ ਜ਼ੁਰਮ ਦੇ ਵਿੱਚ ਹਰ ਜਗ੍ਹਾ 'ਤੇ ਸ਼ਾਮਿਲ ਹੈ। ਜੇ ਉਹਦੀ ਰਜ਼ਾ ਬਗੈਰ ਪੱਤਾ ਨਹੀਂ ਹਿਲਦਾ ਫਿਰ ਤਾਂ ਸਿੱਧਾ ਸਿੱਧਾ ਉਹ ਦੋਸ਼ੀ ਹੈ। ਹੋਰ ਫਿਰ ਆਪਾਂ ਕਿਸ ਨੂੰ ਕੀ ਆਖ ਸਕਦੇ ਹਾਂ? ਸੋ ਇਹ ਮੇਨ ਸਟੈਪ ਬਾਈ ਸਟੈਪ ਅਸੀਂ ਇਹੀ ਦੇਖੀਏ ਕਿ ਕਿੱਦਾਂ ਸਿਸਟਮ ਨੂੰ ਬਦਲਿਆ ਜਾਊਗਾ। ਫਿਲਹਾਲ ਦੇ ਸਮੇਂ 'ਚ ਜਿਹੜੀ ਸੋਹਣੀ ਚੀਜ਼ ਮੈਨੂੰ ਲੱਗ ਰਹੀ ਆ, ਮੰਚ ਮਿਲਿਆ ਤਾਂ ਮੈਨੂੰ ਇਹ ਲੱਗਦਾ ਕਿ ਇਹ ਗੱਲ ਵੀ, ਹੈ ਨਾ, ਕਰ ਲੈਣੀ ਬਣਦੀ ਹੈ। ਕਿਸਾਨ ਜਥੇਬੰਦੀਆਂ ਅੱਗੇ ਆ ਰਹੀਆਂ ਨੇ। ਸਫਲ ਹੋਣਾ ਨਾ ਹੋਣਾ, ਰੱਬ ਨਾ ਕਰੇ ਕਿ ਅਸਫਲਤਾ ਕਦੇ ਵੀ ਕਿਸੇ ਦੇ ਸਾਹਮਣੇ ਆਵੇ ਜਦੋਂ ਐਡੇ ਵੱਡੇ ਹੁਲਾਰੇ ਚੱਲ ਰਹੇ ਨੇ ਤਾਂ। ਪਰ ਮੈਨੂੰ ਲੱਗਦਾ ਕਿ ਹੁਣ ਸਾਨੂੰ ਆਪਣੀ ਨਜ਼ਰ ਉਸ ਤਰੀਕੇ ਨਾਲ ਵੀ ਦੇਖਣੀ ਚਾਹੀਦੀ ਹੈ। ਪਿੰਡਾਂ ਦੇ ਸਰਪੰਚ ਬਦਲ ਲਓ। ਹੁਣ ਜਿਹੜੇ ਗ੍ਰਾਮ ਪੰਚਾਇਤਾਂ 'ਚ ਫੈਸਲਾ ਨਹੀਂ ਪਾ ਰਹੇ ਕਿ ਅਸੀਂ ਇਹ ਰੱਦ ਕਰਵਾਉਣਾ, ਇੱਕ ਪਿੰਡ ਦੇ ਦੱਸ ਰਹੇ ਆ ਜੀ ਇਕੱਲਾ ਸਰਪੰਚ ਇੱਕ ਸਾਈਡ 'ਤੇ ਆ ਕਿਉਂਕਿ ਉਹ ਕਾਂਗਰਸੀ ਆ, ਉਹ ਸਾਈਨ ਨਹੀਂ ਕਰਨ ਨੂੰ ਤਿਆਰ। ਮੈਂ ਉਹਨਾਂ ਨੂੰ ਕਿਹਾ ਵਧੀਆ, ਤੁਸੀਂ ਨਾਲ ਇੱਕ ਹੋਰ ਫੈਸਲਾ ਪਾਓ ਕਿ ਅਸੀਂ ਇਹਦਾ ਬਾਈਕਾਟ ਕਰਦੇ ਹਾਂ, ਅਸੀਂ ਇਹਨੂੰ ਰੱਦ ਕਰਦੇ ਹਾਂ। ਤੁਸੀਂ ਉਹਨਾਂ 'ਚ ਜਿਹੜੇ ਨੌਜਵਾਨ ਨੇ ਉਹਨਾਂ 'ਚ ਇੱਕ ਜਣਾ ਖੜਾ ਕਰੋ, ਹੈ ਨਾ। ਨੌਜਵਾਨਾਂ ਦਾ ਖੂਨ ਫੇਰ ਵੀ ਬਹੁਤ ਹੱਦ ਤੱਕ ਸਾਫ਼ ਰਹਿੰਦਾ ਜਦੋਂ ਤੱਕ ਕਰਪਟਡ ਉਹਨਾਂ 'ਚ ਨਹੀਂ ਜਾਂਦੇ। ਇੱਕ ਜੋਸ਼ ਹੈ, ਉਹ ਬਾਗੀ ਹੋਣਾ ਹੀ ਹੋਣਾ, ਹੈ ਨਾ। ਤਾਂ ਮੈਂ ਕਿਹਾ ਵੀ ਤੁਸੀਂ ਹੁਣ ਇੱਥੇ ਪਛਾਣ ਕਰਨੀ ਸ਼ੁਰੂ ਕਰੋ। ਅਗਲੀਆਂ ਜਿਹੜੀਆਂ ਵੋਟਾਂ ਆਉਂਦੀਆਂ ਨੇ, ਸਾਡੇ ਕੋਲ ਇੱਕੋ ਹੀ ਚੀਜ਼ ਹੈ ਕਿ ਤਖਤਾ ਪਲਟ ਦਿਓ। ਕਿਸਾਨ ਜਥੇਬੰਦੀਆਂ ਦੇ ਵਿੱਚੋਂ ਆਪਣੇ ਆਗੂ ਕੱਢੋ। ਅਸੀਂ ਲੱਖੋਵਾਲ ਹੋਰਾਂ ਨੂੰ ਦੇਖ ਚੁੱਕੇ ਹਾਂ ਕੀ ਕੁਛ ਕਰ ਚੁੱਕੇ ਨੇ। ਹੁਣ ਤੁਸੀਂ ਆਪਦੇ ਹੋਰ ਬੰਦੇ ਲੱਭੋ। ਇਹ ਨਹੀਂ ਪਰ ਕਿ ਇੱਕ ਫੇਮਸ ਚਿਹਰਾ ਆਇਆ ਜੀ, ਪਹਿਲਾਂ ਤੁਸੀਂ ਗਾਣੇ ਕੱਢੇ ਨੇ, ਹੈ ਨਾ, ਬੁਲਟਾਂ ਤੇ ਮੁੜ ਕੇ ਤੁਸੀਂ ਆ ਗਏ ਹੋ ਜੀ ਪਾਰਟੀ ਦੇ ਵਿੱਚ, ਹੁਣ ਅਸੀਂ ਬਹੁਤ ਚੰਗੇ ਹੋ ਗਏ ਹਾਂ। ਹੋ ਸਕਦਾ ਇਹ ਕੋਈ ਨਹੀਂ, ਪਛਤਾਵਾ ਹੋ ਸਕਦਾ ਹੈ, ਅਗਲਾ ਸਹੀ ਵੀ ਹੋ ਸਕਦਾ, ਪਰ ਇੱਕਦਮ ਤੁਸੀਂ ਉਸ ਫੇਮ ਤੇ ਫੇਰ ਜਾਣਾ ਪਹੁੰਚੋ ਤੇ ਤੁਹਾਡੇ ਕਰਕੇ ਸਭ ਕੁਝ ਬਿਖਰ ਜਾਵੇ। ਇਹ ਨਹੀਂ, ਕਿਉਂ ਨਹੀਂ ਆਪਾਂ ਪਿੱਛੇ ਪਿੱਛੇ ਤੁਰ ਕੇ ਆ ਸਕਦੇ? ਜਦੋਂ ਸਮਾਂ ਆਇਆ, ਜਦੋਂ ਦੂਜਿਆਂ ਨੂੰ ਲੱਗਿਆ ਕ੍ਰੈਡੀਬਿਲਿਟੀ ਹੋਈ ਤਾਂ ਉਹਨੂੰ ਅੱਗੇ ਲੈ ਆਉਣਗੇ। ਤਾਂ ਇਹ ਵੀ ਤਾਂ ਜ਼ਰੂਰੀ ਹੈ। ਸੋ ਇਸ ਵਕਤ ਪਛਾਣ ਕਰਨੀ ਬੜੀ ਜ਼ਰੂਰੀ ਹੈ ਕਿ ਆਪਾਂ ਇੱਦਾਂ ਦੇ ਬੰਦੇ ਹੁਣ ਚੁਣ ਲਈਏ ਕਿ ਜਿਹੜੇ ਪਾਰਟੀਬਾਜ਼ੀ ਤੋਂ ਪਾਸੇ ਹੋ ਕੇ ਹੁਣ ਨਿੱਤਰ ਰਹੇ ਨੇ, ਉਹਨਾਂ ਨੂੰ ਅਸੀਂ ਅੱਗੇ ਲਾ ਕੇ ਉਹਨਾਂ ਦੇ ਪਿੱਛੇ ਖੜੀਏ। ਤਾਂ ਕਿਉਂ ਨਹੀਂ? ਪੰਜਾਬ ਹੁਣ ਵੀ ਤਾਂ ਇਕੱਠਾ ਹੋਇਆ ਸਾਰਾ। ਇਹ ਹੋ ਜਾਣਾ, ਐਡੀ ਵੀ ਗੱਲ ਨਹੀਂ ਕਿ ਇਹ ਪੰਜਾ ਤੱਕੜੀਏ ਸਾਰੇ ਕੁਛ ਬਾਬਿਆਂ ਦਾ 13 ਤੋਲਦੇ ਨੇ, ਕੁਛ ਨਹੀਂ ਇੱਦਾਂ ਦਾ। ਉਹ ਮੇਰਾ ਤੋਲਣ ਵਾਲੇ ਨੇ। ਹੁਣ ਤਾਂ ਅਸੀਂ ਉਹਨਾਂ ਨੂੰ ਹੁਣ ਛੱਡ ਦਈਏ। ਆਪਣੇ ਕਿਸਾਨ ਹਜੇ ਤੱਕ ਇਹ ਆਖਦੇ ਰਹੇ ਕਿ ਬਾਬੇ ਨਾਨਕ ਦਾ ਪੰਜਾ ਜੀ, ਵੋਟ ਬਾਬੇ ਨਾਨਕ ਦੀ ਤੱਕੜੀ ਆ, ਵੋਟ ਇੱਧਰ ਹੀ ਪਾਉਣੀ ਆ। ਪਰ ਹੁਣ ਮੈਨੂੰ ਲੱਗਦਾ ਕੀ ਸਮਝ ਆਈ ਹੈ। ਸਾਡੇ ਇੱਕ ਸਰ ਨੇ, ਇੰਗਲਿਸ਼ ਦੇ ਪ੍ਰੋਫੈਸਰ ਨੇ, ਦੱਸ ਰਹੇ ਸੀ ਕਿ ਗੱਲਬਾਤ ਕਰ ਰਹੇ ਸੀ ਸੱਥ ਦੇ ਵਿੱਚ, ਤਾਂ ਉਹਨਾਂ ਦੀ ਗੱਲਬਾਤ ਸਰ ਨੂੰ ਲੱਗਿਆ ਕਿ ਸਹੀ ਨਹੀਂ ਸੀ ਜਾ ਰਹੀ। ਤਾਂ ਉਹਨਾਂ ਨੇ ਖੜ ਕੇ ਥੋੜ੍ਹੀ ਦੇਰ ਇਹ ਗੱਲ ਬੋਲੀ ਕਿ ਦੇਖੋ ਤੁਸੀਂ ਆਹ ਤੱਕੜੀ ਵਾਲੀ ਗੱਲ ਤੇ ਛੱਡ ਦਿਓ। ਕਹਿੰਦੇ ਮੈਂ ਕੁਛ ਚੀਜ਼ਾਂ ਕਲੀਅਰ ਕੀਤੀਆਂ ਤਾਂ ਸ਼ਰੀਕੇ 'ਚੋਂ ਲੱਗਦੇ 2 ਚਾਚਿਆਂ ਨੇ ਪੱਗਾਂ ਆਖਿਆ ਵੀ ਆਹ ਰੰਗ ਤਾਂ ਜੀ ਅੱਜ ਤੋਂ ਬਾਅਦ ਪਾਉਣਾ ਹੀ ਨਹੀਂ, ਅਸੀਂ ਤਾਂ ਕਿਸਾਨਾਂ ਵਾਲੀ ਪੱਗ ਤੇ ਆਵਾਂਗੇ, ਅਸੀਂ ਕਿਸਾਨ। ਉਹਨਾਂ ਨੇ ਝੰਡੇ ਬਦਲੇ ਵੀ ਸੱਚੀ ਵੀ। ਮੈਨੂੰ ਲੱਗਦਾ ਵੀ ਕੁਛ ਜਗ੍ਹਾ ਤੇ ਗੈਪ ਰਹਿ ਗਿਆ। ਅਸੀਂ ਨੌਜਵਾਨ ਹੋਰ ਮੰਚਾਂ ਤੇ ਬੋਲਦੇ ਹਾਂ ਪਰ ਜਿੱਥੇ ਜਾ ਕੇ ਬੋਲਣਾ ਚਾਹੀਦਾ ਉਹ ਰਹਿ ਜਾਂਦਾ। ਅਸੀਂ ਇੱਕ ਸਪੇਸ ਦੇਤੀ, ਉਹ ਸਪੇਸ ਦੇ ਵਿੱਚ ਹੁਣ ਉੱਦਾਂ ਦੇ ਹੀ ਆਨਸਰ ਆ ਕੇ ਵਿੱਚ ਫੈਲ ਜਾਂਦੇ ਨੇ। ਤਾਂ ਆਪਾਂ ਸਪੇਸ ਨਾ ਦਈਏ, ਨੌਜਵਾਨ ਵਰਗ ਜਿਹੜਾ ਬੋਲ ਰਿਹਾ ਉਹ ਅੱਗੇ ਆਵੇ ਔਰ ਅਸੀਂ ਇਸ ਨਿਗਾਹ ਦੇ ਨਾਲ ਦੇਖੀਏ ਵੀ ਉਹ ਜਿਹੜਾ ਨੌਜਵਾਨ ਬੋਲ ਰਿਹਾ ਉਹਦੇ ਬੈਕਗਰਾਊਂਡ ਤੇ ਕਿਤੇ ਕੋਈ ਤਕੜੀ ਸਪੋਰਟ ਤਾਂ ਨਹੀਂ, ਜਿਹਦੇ ਪਿੱਛੇ ਹੀ ਕਰੋੜਾਂ ਵਾਲੇ ਖੜੇ ਨੇ, ਉਹ ਸਾਡੀ ਰੋਟੀ ਪਿੱਛੇ ਨਹੀਂ ਬੋਲਦਾ। ਮੈਨੂੰ ਤਾਂ ਇਹ ਲੱਗਦਾ ਕਿ ਸਮਾਜ ਨੂੰ ਤੁਹਾਡੇ ਵਰਗੀ ਲੇਖਿਕਾ ਜਾਂ ਤੁਹਾਡੇ ਵਰਗੀ ਇੱਕ ਅਜਿਹੀ ਨੌਜਵਾਨ ਸੋਚ ਦੀ ਲੋੜ ਹੈ। ਤੁਹਾਨੂੰ ਨਹੀਂ ਕਦੀ ਲੱਗਿਆ ਕਿ ਮੈਂ ਆ ਕੇ ਇੱਕ ਮੰਚ ਤੇ ਜਾ ਕੇ ਦੱਸਾਂ ਕਿ ਰੈਵੋਲੂਸ਼ਨ ਹੁੰਦਾ ਕੀ ਹੈ? ਚੀਜ਼ਾਂ ਦੇਖੋ, ਜੀ ਤੇ ਇਹੀ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਕਿਤੇ ਕਿਤੇ ਜੀ ਕਰਦਾ ਵੀ ਐਦਾਂ ਖੜੇ ਹੋ ਜਾਈਏ। ਮੈਂ ਆਪਣੇ ਹਸਬੈਂਡ ਨੂੰ ਕਹੀ ਵੀ ਤੁਸੀਂ ਪਿੰਡੋਂ ਕਿਉਂ ਨਹੀਂ ਸਰਪੰਚ ਖੜੇ ਹੁੰਦੇ, ਹੈ ਨਾ। ਤਾਂ ਉਹ ਕਈ ਵਾਰ ਆਖ ਦਿੰਦੇ ਵੀ ਬਹੁਤ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ, ਬਹੁਤ ਸਮਾਂ ਦੇਣਾ ਪਊਗਾ। ਪਰ ਮੈਨੂੰ ਲੱਗਦਾ ਵੀ ਇਹ ਆਪਾਂ ਰਲ ਕੇ ਜੇ ਸ਼ੁਰੂ ਕਰ ਲਈਏ ਤਾਂ ਇਹ ਬਹੁਤ ਵਧੀਆ ਚੀਜ਼ ਹੈ ਨਾ। ਆਪਣੇ ਵਿੱਚੋਂ ਬੰਦੇ ਇੱਦਾਂ ਦੇ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਮੈਂ ਰਣਜੀਤ ਬਾਵਾ ਦਾ ਨਾਮ ਲੈਂਦੀ ਹਾਂ ਵੀ ਰਣਜੀਤ ਬਾਵਾ ਦਾ ਬੈਕਗਰਾਊਂਡ ਦੇਖੋ, ਉਹ ਸ਼ੁਰੂ ਤੋਂ ਬੰਦਾ ਬਾਗੀ ਹੈ। ਉਹਦੀਆਂ ਇਹ ਨਹੀਂ ਕਿ ਅੱਜ ਇੱਕਦਮ ਖੁੰਬ ਵਾਂਗੂ ਪੈਦਾ ਹੋਇਆ, ਉਹ ਪਹਿਲਾਂ ਵੀ ਟਵੀਟ ਕਰਦਾ ਰਿਹਾ। ਉਹਨੇ ਕੰਗਣਾ ਰਣਾਵਤ ਨੂੰ ਵੀ ਜਵਾਬ ਦਿੱਤਾ, ਹੈ ਨਾ। ਚਲੋ ਤੁਸੀਂ ਕਹਿ ਸਕਦੇ ਵੀ ਹੁਣ ਉਹਨੇ ਦਿਖਾਉਣ ਲਈ ਕੀਤਾ, ਪਰ ਸ਼ੁਰੂ ਤੋਂ ਉਹਦੇ ਗੀਤਾਂ ਦੀ ਇੱਕ ਅਸੀਂ ਉਹ ਵੀ ਦੇਖਦੇ ਹਾਂ ਵੀ ਕਿਸ ਤਰ੍ਹਾਂ ਦੇ ਚੱਲਦੇ ਨੇ, ਹੈ ਨਾ। ਤਾਂ ਇੱਦਾਂ ਦੇ ਹੋਰ ਪਰਸਨ ਵੀ ਬਹੁਤ ਨੇ ਜਿਹੜੇ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਨੂੰ 1-2 ਵਾਰ 'ਚ ਪਤਾ ਲੱਗ ਜਾਂਦਾ ਵੀ ਬੰਦਾ ਫੇਅਰ ਹੈ ਕਿ ਅਨਫੇਅਰ ਹੈ। ਤਾਂ ਮੈਨੂੰ ਲੱਗਦਾ ਸਾਡੇ ਵਿੱਚੋਂ ਵੀ ਜੇ ਅਸੀਂ ਕਹੀਏ ਲੇਖਕਾਂ ਦੇ ਵਿੱਚੋਂ ਵੀ ਇਹ ਪਹਿਚਾਣ ਕਰਨੀ ਤਾਂ ਬਹੁਤ ਔਖੀ ਹੈ ਨਾ ਕਿ ਤੁਹਾਡੇ ਸ਼ਬਦ
ਤੁਹਾਡੇ ਹੀ ਨੇ, ਉਹ ਜੋੜੇ ਹੋਏ ਨੇ ਕਿ ਉਤਰੇ ਹੋਏ ਨੇ, ਇਹ ਵੀ ਤਾਂ ਦਿੱਕਤ ਬਹੁਤ ਵੱਡੀ ਹੈ। ਮੈਂ ਕਿਉਂ ਆਖਾਂ ਕਿ ਕੋਈ ਮੇਰੇ ਤੇ ਭਰੋਸਾ ਕਰੇ? ਮੈਂ ਆਪਣੇ ਵੱਲੋਂ ਤਾਂ ਇਹ ਕੋਸ਼ਿਸ਼ ਜ਼ਰੂਰ ਕਰੂੰਗੀ ਕਿ ਮੈਂ ਇੱਦਾਂ ਦੇ ਕੰਮ ਕਰਦੀ ਰਹਾਂ, ਲਗਾਤਾਰ ਉਸ ਦੇ ਨਾਲ ਜੁੜੀ ਰਹਾਂ ਕਿ ਘੱਟੋ ਘੱਟ ਮੇਰਾ ਜ਼ਮੀਰ ਤੇ ਕੱਲ੍ਹ ਨੂੰ ਜਿਹੜਾ ਮੈਨੂੰ ਦੇਖੇ ਉਹਨੂੰ ਸਮਝ ਆ ਜਾਏ ਕਿ ਮੈਂ ਕਿਸ ਤਰ੍ਹਾਂ ਦੀ ਸੋਚਦੀ ਹਾਂ। ਆਪਾਂ ਫੇਸਬੁੱਕ ਤੋਂ ਵੀ ਦੇਖਦੇ ਹਾਂ ਤਾਂ ਇੱਕ ਸੋਚ ਪਤਾ ਚੱਲ ਜੇ ਕਿ ਆਹ ਹੈ। ਮੈਨੂੰ ਲੱਗਦਾ ਹੈ ਕਿ ਇੱਕ ਲੇਖਕ ਦੇ ਕੋਲ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਮਾਜ ਦਾ ਜਿਹੜਾ ਦੇਖਣ ਦਾ ਨਜ਼ਰੀਆ ਉਹ ਬਦਲ ਸਕਦਾ, ਉਹ ਸਮਾਜ ਦਾ ਰਵੱਈਆ ਬਦਲ ਸਕਦਾ ਹੈ। ਇਹ ਦੇਖੋ, ਸ਼ਬਦ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਜਿਵੇਂ ਅਸੀਂ ਗੁਰਬਾਣੀ ਆਖਦੇ ਹਾਂ, ਗੁਰਬਾਣੀ ਤੁਹਾਨੂੰ ਇੱਦਾਂ ਦੀਆਂ ਪੋਜ਼ਿਟਿਵ ਵਾਈਬ੍ਰੇਸ਼ਨ ਦਿੰਦੀ ਆ। ਅਸੀਂ ਕਿਉਂ ਕਹਿੰਦੇ ਹਾਂ ਕਿ ਰੋਜ਼ ਸੁਣਦੇ ਹਾਂ, ਪੜ੍ਹਦੇ ਹਾਂ, ਗੁਰਬਾਣੀ ਹੋਈ, ਕੋਈ ਵੀ ਧਾਰਮਿਕ ਉਪਦੇਸ਼ ਹੈ ਨਾ, ਤਾਂ ਉਹਦੀ ਗੂੰਜ ਇਸ ਤਰ੍ਹਾਂ ਦੀ ਹੈ। ਹੁਣ ਅਸੀਂ ਜ਼ਿੰਦਾਬਾਦ ਦਾ ਨਾਰਾ ਹੈ, ਜ਼ਿੰਦਾਬਾਦ, ਜਿਹੜਾ ਅੰਦਰੋਂ ਜ਼ਿੰਦਾਬਾਦ ਨਹੀਂ, ਉਹਦੇ ਕਹਿੰਦਿਆਂ ਦੀ ਜੀਭ ਥਿਰਕ ਜੂਗੀ, ਹੈ ਨਾ। ਬਿਲਕੁਲ, ਤੁਸੀਂ 4 ਬੰਦੇ ਖੜਾ ਕੇ ਉਹਨਾਂ ਨੂੰ ਕਹੋ ਮੋਦੀ ਮੁਰਦਾਬਾਦ ਦੇ ਨਾਅਰੇ ਲਾ, ਤੁਹਾਨੂੰ ਉਹਦੀ ਹਿਚਕਿਚਾਹਟ ਦੱਸ ਜੂਗੀ, ਉਹਦੀ ਅੱਖਾਂ ਦੱਸ ਜਾਣਗੀਆਂ ਵੀ ਉਹ ਸੱਚੇ ਦਿਲੋਂ ਮੁਰਦਾਬਾਦ ਜ਼ਿੰਦਾ ਹੈ। ਉਹ ਲਾ ਸਕੇਗਾ ਜਾਂ ਥਿਰਕ ਜਾਵੇਗਾ, ਪੈਰ ਪਿੱਛੇ ਖਿੱਚ ਲੇਗਾ। ਤਾਂ ਇਹ ਲੇਖਕ, ਮੈਂ ਬਿਲਕੁਲ ਇਹ ਗੱਲ ਹੈ ਕਿ ਸ਼ਬਦ ਮੇਰੇ ਲਈ ਤਾਂ ਬਹੁਤ ਵੱਡੀ ਤਾਕਤ ਹੈ। ਤੁਸੀਂ ਕਿਸੇ ਦੇ ਸ਼ਬਦ ਪੜ੍ਹਦੇ ਹੋ, ਹਜੇ ਵੀ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਆ, ਹੈ ਨਾ। ਮੇਰੇ ਖੜੇ ਹੋਏ ਸੀ, ਤੁਹਾਡੀ ਕਿਸੇ ਲਈ ਚੁੱਪ ਮਸਲਾ ਹੈ ਕਿਸੇ। ਆਹ ਬਿਲਕੁਲ, ਦੇਖੋ ਫਿਰ ਉਹੀ, ਜੇ ਦਿਲ ਤੋਂ ਨਿਕਲੀ ਹੈ ਤਾਂ ਦਿਲ ਤੱਕ ਪਹੁੰਚੂਗੀ ਸੱਚੀ। ਜੇ ਉਹਨੂੰ ਤੁਸੀਂ ਜੋੜ ਤੋੜ ਕੇ ਲਿਖਿਆ ਹੈ, ਫਿਰ ਉਹ ਉੱਥੇ ਤੱਕ ਹੀ ਰਹੂਗੀ। ਉਹ ਮਕੈਨਿਕੀ ਅਗਲਾ ਸਮਝ ਜੂ ਇਹ ਹੈ। ਮੈਂ ਹਲੇ ਵੀ ਕਹਿੰਦੀ ਹਾਂ, ਮੈਨੂੰ ਗਜ਼ਲ ਨਹੀਂ ਆਉਂਦੀ, ਮੈਨੂੰ ਉਹਦੀ ਤਕਨੀਕ ਸਮਝ ਨਹੀਂ ਆਉਂਦੀ, ਪਰ ਜਦੋਂ ਵੀ ਕੁਝ ਵੇਖਦੀ ਹਾਂ, ਭਾਵੇਂ ਉਹ ਚੰਗਾ ਪਿਆਰਾ ਮੁਹੱਬਤ ਨਾਲ ਵੀ ਹੈ, ਬਗਾਵਤ ਨਾਲ ਵੀ ਹੈ, ਤਾਂ ਉਹ ਅੰਦਰ ਉਤਰਦਾ, ਫਿਰ ਉਹ ਤੋਂ ਸ਼ਬਦ ਬਣਦੇ ਨੇ, ਹੈ ਨਾ। ਔਰ ਉਹ ਜਿਹੜੇ ਕਦੇ ਇੱਕਦਮ ਨਿਕਲੇ ਹੁੰਦੇ ਆ, ਉਹ ਮੇਰੀ ਵੀ ਰੂਹ 'ਚ ਵੱਸਦੇ ਨੇ, ਹੈ ਨਾ। ਜਿਹੜੇ ਮੈਂ ਬੈਠ ਕੇ ਸੋਚੀ ਜਾਵਾਂ ਵੀ ਇਹਦੇ ਨਾਲ ਕੀ ਬਣੂਗਾ, ਇਹ ਦੀਵਾਨਾ, ਇਹਦੇ ਨਾਲ ਮਸਤਾਨਾ, ਉਹ ਨਹੀਂ, ਅਸਰ ਨਹੀਂ ਕਰਦੇ ਖੁਦ ਤੇ। ਉਸਦੀ ਜਾਣਕਾਰੀ ਬਿਲਕੁਲ ਬਿਲਕੁਲ। ਤਾਂ ਇੱਥੇ ਇਸੇ ਕਰਕੇ ਮੈਂ ਕਹਿੰਦੀ ਹਾਂ ਕਿ ਹੁਣ ਬੋਲਣਾ ਬਣਦਾ ਹੈ। ਚੱਲ ਜੇ ਤੁਹਾਡੇ ਬੋਲੇ ਦੇ ਸਦਕੇ ਕਿਸੇ ਦੇ ਅੰਦਰ ਉਹ ਚੀਜ਼ ਪੈਦਾ ਹੁੰਦੀ ਹੈ। ਕਈ ਆਖਦੇ ਨੇ ਜੀ ਅੰਮ੍ਰਿਤਾ ਪ੍ਰੀਤਮ ਤਾਂ ਸਿਰਫ ਮੁਹੱਬਤ ਬਾਰੇ ਲਿਖਦੇ ਰਹੇ, ਹੈ ਨਾ। ਅੱਛਾ, ਕਹਿੰਦੇ ਨੇ ਕਿ ਉਹਨਾਂ ਨੇ ਤਾਂ ਜੀ ਕੈਸ਼ ਕਰਵਾਇਆ ਇਮਰੋਜ਼ ਨੂੰ, ਇਹ ਵੀ ਗੱਲ ਆਖੀ ਜਾਂਦੀ ਹੈ ਕਿ ਇਮਰੋਜ਼ ਪਾਗਲ ਸੀ, ਉਹਨਾਂ ਨੇ ਕੈਸ਼ ਕਰਵਾਇਆ। ਚਲੋ ਉਹਨਾਂ ਦੋਨਾਂ ਨੂੰ ਛੱਡ ਦਿਓ, ਪਰ ਉਹਨਾਂ ਦੋਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਅੰਮ੍ਰਿਤਾ ਪ੍ਰੀਤਮ ਦੀ ਲਿਖਤ ਨੂੰ ਪੜ੍ਹ ਕੇ ਸਾਡੇ ਅੰਦਰ ਜਿਹੜਾ ਦੀਵਾ ਬਲਿਆ ਉਹ ਤੋਂ ਕਿਵੇਂ ਮੁਨਕਰ ਹੋ ਜਾਵਾਂਗੇ, ਹੈ ਨਾ। ਅਸੀਂ ਜਿਹੜੀ ਮੁਹੱਬਤ ਸਿੱਖੀ ਹੈ, ਅਸੀਂ ਉਹ ਤੋਂ ਪਾਸੇ ਥੋੜ੍ਹੀ ਹੋ ਜਾਵਾਂਗੇ। ਮੈਂ ਜਸਵੰਤ ਸਿੰਘ ਕੰਵਲ ਦਾ ਨਾਵਲ ਹੈ ਮਿੱਤਰ ਪਿਆਰੇ ਨੂੰ, ਮੈਨੂੰ ਲੱਗਦਾ ਕਿ ਮੇਰੀ ਰੂਹ ਦੇ ਬਹੁਤ ਜ਼ਿਆਦਾ ਨੇੜੇ ਹੈ। ਉਹਦਾ ਅੰਤ ਜਿਹੜਾ ਉਹਨਾਂ ਨੇ ਕੀਤਾ, ਉਹਦੇ 'ਚ ਸ਼ਬਦ ਜਿਹੜੇ ਵਰਤੇ ਨੇ, ਮੇਰੇ ਬਹੁਤ ਨੇੜੇ ਆ। ਮੈਂ ਜਸਵੰਤ ਸਿੰਘ ਕੰਵਲ ਨੂੰ ਉੱਥੋਂ ਪਾਸੇ ਕਰ ਦਿੰਦੀ ਹਾਂ। ਲੇਖਕ ਨੇ ਜਦੋਂ ਲਿਖ ਲਿਆ ਤਾਂ ਲੇਖਕ ਖਤਮ ਹੈ, ਉਹ ਚੀਜ਼ ਪਾਠਕਾਂ ਦੀ ਹੈ। ਪਾਠਕ ਨੇ ਉਹਦੇ ਵਿੱਚੋਂ ਕੀ ਕਨਸੀਵ ਕਰਨਾ, ਇਹ ਪਾਠਕ 'ਤੇ ਹੈ ਨਾ। ਜਿਵੇਂ ਅਸੀਂ ਆਖਦੇ ਹਾਂ ਕਿ ਰੁਕੋ ਮਤ ਜਾਣੇ ਦੋ, ਜਾਂ ਰੁਕੋ ਮਤ ਜਾਣੇ ਦੋ, ਦੋਨਾਂ 'ਚ ਫਰਕ ਹੈ। ਉਹ ਇੱਕ ਜਗ੍ਹਾ ਕਹਿੰਦਾ ਕਿ ਰੋਕੋ ਮਤ ਜਾਣੇ ਦੋ, ਕਹਿੰਦਾ ਰੋਕੋ ਮਤ ਜਾਣੇ ਦੋ, ਫਰਕ ਹੈ ਅਹਿਸਾਸਾਂ ਦਾ। ਸੋ ਇਹ ਪੜ੍ਹਨ ਵਾਲੇ ਨੇ ਦੇਖਣਾ ਕਿ ਮੈਨੂੰ ਕੀ ਚੰਗਾ ਲੱਗਿਆ। ਕਿਸੇ ਨੂੰ ਤਾਂ ਚੁੱਪ 'ਚੋਂ ਮੇਰੀ ਚੁੱਪ ਹੀ ਸਮਝ ਆਈ ਹੋਊ ਕਿ ਬੁੱਲਾਂ ਦਾ ਬੰਦ ਹੋ ਜਾਣਾ, ਕਿਸੇ ਨੂੰ ਚੁੱਪ ਦੇ ਵਿੱਚੋਂ ਲਿਖਤ ਸਮਝ ਆਈ ਹੋਊ ਕਿ ਲਿਖਣਾ। ਤਾਂ ਇਹ ਮੀਨਿੰਗ ਇਸ ਲਈ, ਪਰ ਉਹਦੇ ਲਈ ਜ਼ਰੂਰੀ ਤਾਂ ਹੈ ਨਾ ਕਿ ਤੁਸੀਂ ਇੱਦਾਂ ਦੀਆਂ, ਮੈਂ ਇੱਕ ਜਗ੍ਹਾ 'ਤੇ ਲਿਖਿਆ ਸੀ ਕਿ ਹੇ ਕਵੀ ਤੇਰੀ ਜ਼ਿੰਮੇਵਾਰੀ ਹੈ ਕਿ ਲਿਖ ਜਾਵੇਂ ਕੁਝ ਐਸੇ ਅੱਖਰ ਜੋ ਬਣਦੇ ਰਹਿਣ ਵੰਗਾਰ, ਜੋ ਬਣਦੇ ਰਹਿਣ ਚੰਗਿਆਰ, ਜੋ ਖਿੜਦੇ ਰਹਿਣ ਨੌਜਵਾਨਾਂ ਦੀਆਂ ਕਲਮਾਂ ਦੇ ਵਿੱਚੋਂ, ਬਲਦੇ ਰਹਿਣ ਉਹਨਾਂ ਦੇ ਮੱਥਿਆਂ ਦੇ ਵਿੱਚੋਂ। ਇਹ ਤੇਰੀ ਜ਼ਿੰਮੇਵਾਰੀ ਹੈ। ਅਤੇ ਇਹ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਜ਼ਿੰਮੇਵਾਰੀ ਚੱਕੀਏ ਅਤੇ ਉਸ ਜ਼ਿੰਮੇਵਾਰੀ ਨੂੰ ਦੂਜਿਆਂ ਨੂੰ ਵੀ ਸਮਝਾਈਏ ਕਿ ਜੀ ਆਪਾਂ ਲੇਖਕ ਹਾਂ, ਆਪਾਂ ਲਿਖਣਾ ਹੈ। ਇਕੱਲਾ ਉਦੋਂ ਨਹੀਂ ਲਿਖਣਾ ਜਦੋਂ ਸਮਾਂ ਅਨੁਕੂਲ ਹੋਵੇ, ਆਹ ਹਾਲਾਤਾਂ 'ਚ ਵੀ ਲਿਖਣਾ। ਬਿਲਕੁਲ ਠੀਕ ਹੈ। ਲੇਖਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਿਸਾਨ ਧਰਨਿਆਂ ਤੋਂ ਥੋੜ੍ਹਾ ਪਹਿਲਾਂ ਦਾ ਸਮਾਂ ਜੇ ਮੈਂ ਦੇਖਾਂ ਅਤੇ ਜਿਹੜੇ ਉਹ ਰਾਈਟਰਸ ਨੇ, ਜਿਹੜੇ ਗੀਤ ਲਿਖਦੇ ਨੇ, ਜਿਹੜੇ ਗਾਇਕਾਂ ਨੂੰ ਗੀਤ ਦਿੰਦੇ ਨੇ, ਉਹਨਾਂ ਦੀ ਰਾਈਟਿੰਗ ਜਾਂ ਉਹਨਾਂ ਦੀ ਲਿਖਤ ਨੂੰ ਦੇਖ ਕੇ ਕਿੰਨੀ ਕੁ ਤਸੱਲੀ ਹੁੰਦੀ ਹੈ ਮਨ ਨੂੰ, ਜਾਂ ਕਿੰਨੀ ਕੁ ਠੇਸ ਪਹੁੰਚਦੀ? ਜੇ ਇਸ ਤਰ੍ਹਾਂ ਉਹਨਾਂ ਦਾ ਕਰਨ ਲੱਗ ਜਾਈਏ, ਤੱਕੜੀ 'ਚ ਤੋਲਣ ਲੱਗ ਜਾਈਏ, ਫਿਰ ਤਾਂ ਇਹ ਲੱਗਦਾ ਕਿ ਨਹੀਂ ਯਾਰ, ਕਿਤੇ ਨਾ ਕਿਤੇ ਫ਼ਰਕ ਹੈ। ਬਹੁਤ ਜਾਣਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਮਝੀਆਂ ਨੇ ਇਸ ਸਮੇਂ ਦੌਰਾਨ, ਹੈ ਨਾ। ਤੁਸੀਂ ਤੁਹਾਡੇ ਜਦੋਂ ਆਖਿਆ ਜਾਂਦਾ ਕਿ ਜੀ ਗੀਤ ਕੀ ਕਰੀਏ, ਚੱਲਦੇ ਉੱਦਾਂ ਦੇ ਨੇ, ਦੇਣੇ ਬਣਦੇ ਨੇ। ਮੈਂ ਐਪਰੀਸ਼ੀਏਟ ਕਰੂੰਗੀ ਵੀਰ ਸਿੰਘ, ਉਹਨਾਂ ਦਾ ਗੀਤ, ਉਹਨਾਂ ਨੇ ਮੁਆਫੀ ਨਹੀਂ ਮੰਗੀ, ਹੈ ਨਾ। ਉਹਨਾਂ ਨੇ ਆਖਿਆ ਕਿ ਮੇਰੇ ਦਿਲ ਦੀ ਗੱਲ, ਕੁਝ ਝੂਠ ਸੀ ਤਾਂ ਦੱਸੋ। ਉਹਨਾਂ ਨੇ ਉਸ ਚੀਜ਼ ਦੀ ਮਾਫੀ ਨਹੀਂ ਮੰਗੀ, ਉਹਨੇ ਲਿਖਿਆ ਹੈ ਔਰ ਸੱਚ ਲਿਖਿਆ। ਫਿਰ ਉਹੀ ਸੱਚ ਨੂੰ ਡਰ ਕੋਈ ਨਹੀਂ, ਹੈ ਨਾ। ਫਿਰ ਤੁਸੀਂ ਜਦੋਂ ਉਦੋਂ ਤੁਹਾਨੂੰ ਲੋੜ ਹੁੰਦੀ ਹੈ ਕਿ ਜੀ ਵੇਚਣੇ ਨੇ ਗੀਤ ਮੈਂ ਵੀ ਲਿਖ ਰਹੀ ਹਾਂ। ਇਹ ਨਹੀਂ ਕਿ ਮੈਂ ਗੀਤ ਲਿਖਦੀ ਹਾਂ, ਮੇਰੇ ਗੀਤਾਂ 'ਚ ਵੀ ਕਿਤੇ ਨਾ ਕਿਤੇ ਜੱਟ ਸ਼ਬਦ ਆਉਂਦਾ ਹੋਣਾ, ਉਹ ਸੂਟ ਕਰਦਾ ਹੋਣਾ, ਮੈਥੋਂ ਮੰਗਦੇ ਵੀ ਹੋਣੇ ਆ, ਪਰ ਇਹ ਮੇਰੀ ਸਮਝ ਹੈ ਕਿ ਮੈਂ ਉਹਨੂੰ ਕਿੱਦਾਂ ਬੋਚਣਾ, ਮੈਂ ਉਹਨੂੰ ਕਿੱਦਾਂ ਲੈ ਕੇ ਜਾਣਾ, ਹੈ ਨਾ। ਜੇ ਮੈਂ ਵੀ ਇਹੀ ਸੋਚਣਾ ਕਿ ਜੀ ਠੀਕ ਹੈ ਮੈਨੂੰ ਪੈਸਾ ਆਉਣਾ, ਮੈਂ ਕੀ ਲੈਣਾ, ਮੇਰਾ ਇੱਕ ਸ਼ਬਦ ਹੈ, ਤਾਂ ਫਿਰ ਉੱਥੇ ਜਾ ਕੇ ਤਾਂ ਇਹ ਤੁਹਾਡੀ ਲੇਖਕ ਵਾਲਾ ਤਾਂ ਕੁਛ ਨਾ ਰਿਹਾ। ਫਿਰ ਤੁਸੀਂ ਬਿਜ਼ਨਸਮੈਨ ਹੋ, ਫਿਰ ਤਾਂ ਜੀ ਹੱਟ ਖੋਲ੍ਹ ਲਵੋ, ਰਿਸਪੌਂਸਿਬਲ ਨਹੀਂ, ਫਿਰ ਤੁਸੀਂ ਜ਼ਿੰਮੇਵਾਰ ਨਹੀਂ ਹੋ। ਫਿਰ ਤੁਸੀਂ ਉਹ ਲੈਕਚਰ ਦੇਣਾ ਬੰਦ ਕਰੋ,
ਫਿਰ ਉਹ ਨਹੀਂ ਹੋਣਾ। ਹਾਂ, ਸੇਮ ਲੇਖਕ ਦੇ ਤੌਰ ਤੇ ਜੇ ਤੁਸੀਂ ਜ਼ਮੀਰ ਦੀ ਗੱਲ ਕਰਦੇ ਹੋ, ਜੇ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ, ਸਮਾਜ ਦੀ ਗੱਲ ਕਰਦੇ ਹੋ, ਸਾਹਿਤ ਸਮਾਜ ਦਾ ਸ਼ੀਸ਼ਾ ਸਿਰਫ ਇਹ ਨਹੀਂ ਆ ਕਿ ਤੁਸੀਂ ਉਹਦੇ 'ਚ ਸਮਾਜ ਦਾ ਚਿਹਰਾ ਦੇਖਣਾ ਹੈ ਨਾ, ਵੀ ਅਸੀਂ ਤਾਂ ਜੀ ਸਮਾਜ 'ਚ ਆ ਦੇਖਿਆ, ਅਸੀਂ ਉਹ ਲਿਖਤਾ। ਤੁਸੀਂ ਸਮਾਜ ਨੂੰ ਚਿਹਰਾ ਦਿਖਾਉਣਾ ਵੀ ਹੈ, ਇਹ ਵੀ ਤੁਹਾਡੀ ਤੁਸੀਂ ਇੱਕ ਦੇਣਾ ਵੀ ਹੈ ਕਿ ਐਦਾਂ ਦਾ ਸਮਾਜ ਵੀ ਹੋ ਸਕਦਾ, ਐਦਾਂ ਦਾ ਹੋਣਾ ਚਾਹੀਦਾ। ਮੇਰੀ ਇੱਕ ਕਹਾਣੀ ਹੈ ਸੁਪਨਿਆਂ ਦਾ ਸਫ਼ਰ। ਸੁਪਨਿਆਂ ਦਾ ਸਫ਼ਰ ਕਹਾਣੀ ਦੇ ਵਿੱਚ ਇੱਕ ਪਾਤਰ ਇੱਕ ਲੜਕੀ ਦੇ ਨਾਲ ਹੋਟਲ ਦੇ ਵਿੱਚ ਜਾਂਦਾ, ਸਾਰੇ ਉਹਨਾਂ ਦੀ ਕਸ਼ਮਕਸ਼ ਹੈ ਵੀ ਕੁੜੀ ਕੀ ਸੋਚਦੀ ਆ, ਮੁੰਡਾ ਕੀ ਸੋਚਦਾ। ਹੁਣ ਉਹ ਜਵਾਨ ਪਾਤਰ ਨੇ ਤਾਂ ਉਹ ਉਹਨੂੰ ਮੰਗ ਕੇ ਉਹ ਤੋਂ ਇੱਕ ਰਾਤ ਲੈਂਦਾ ਕਿ ਮੈਨੂੰ ਤੇਰੀ ਇੱਕ ਰਾਤ ਚਾਹੀਦੀ। ਉੱਥੇ ਕੀ ਵਾਪਰਦਾ, ਕਿੱਦਾਂ ਵਾਪਰਦਾ, ਹੁੰਦਾ ਕੀ ਹੈ ਕਿ ਉਹ ਕੁੜੀ ਨਾਲ ਕੁਝ ਨਹੀਂ ਕਰਦਾ, ਉਹ ਵਾਪਸ ਆ ਜਾਂਦੇ ਆ। ਤਾਂ ਕੁੜੀ ਲਈ ਬਹੁਤ ਵੱਡੀ ਹੈਰਾਨੀ ਹੈ ਕਿ ਇਹਨੇ ਇੰਨੀ ਸ਼ਿੱਦਤ ਨਾਲ ਮੈਥੋਂ ਇੱਕ ਰਾਤ ਮੰਗੀ, ਇੰਨਾ ਚਿਰ ਵਾਸਤੇ ਮੰਗਦਾ ਰਿਹਾ ਵੀ ਮੇਰੀ ਬਹੁਤ ਵੱਡਾ ਸੁਪਨਾ ਹੈ। ਤਾਂ ਕੀ, ਤਾਂ ਹੁਣ ਉੱਥੇ ਕਈਆਂ ਨੂੰ ਪੜ੍ਹ ਕੇ ਲੱਗਿਆ ਵੀ ਇਹ ਕੀ ਗੱਲ ਬਣੀ, ਇਹ ਨਹੀਂ ਹੋ ਨਹੀਂ ਸਕਦਾ, ਇਹ ਇੱਦਾਂ ਨਹੀਂ ਵਾਪਰਦਾ, ਸਾਡੇ ਸਮਾਜ 'ਚ ਨਹੀਂ ਹੁੰਦਾ। ਮੈਂ ਉੱਥੇ ਬਹੁਤੇ ਜਾਣਿਆਂ ਨੂੰ ਆਖਿਆ ਕਿ ਹੋ ਸਕਦਾ ਸਾਡੀ ਸੋਚ ਨਾਲ ਮੇਲ ਨਾ ਖਾਵੇ, ਤੁਹਾਨੂੰ ਲੱਗੇ ਤਾਂ ਘੜ ਲਿਆ ਇਹਨਾਂ ਨੇ, ਪਰ ਮੈਂ ਚਾਹੁੰਦੀ ਹਾਂ ਯਾਰ ਇੱਦਾਂ ਹੋਵੇ, ਮੈਂ ਚਾਹੁੰਦੀ ਹਾਂ ਇੱਦਾਂ ਦੇ ਬੰਦੇ ਹੋਣ, ਮੈਂ ਚਾਹੁੰਦੀ ਹਾਂ ਇੱਦਾਂ ਦੀਆਂ ਕੁੜੀਆਂ ਹੋਣ ਕਿ ਜ਼ਰੂਰੀ ਨਹੀਂ ਕਿ ਉਹ ਦੋਨੋਂ ਇਕੱਠੇ ਆ ਤਾਂ ਉੱਥੇ ਕੁਝ ਵਾਪਰਨਾ ਜ਼ਰੂਰੀ ਹੈ, ਜਿਸਮਾਨੀ ਵਾਪਰਨਾ ਜ਼ਰੂਰੀ, ਕੀ ਪਤਾ ਉੱਥੇ ਰੂਹਾਨੀ ਕੀ ਵਾਪਰ ਗਿਆ। ਤਾਂ ਮੈਂ ਇਹ ਵੀ ਚਾਹੁੰਦੀ ਹਾਂ ਕਿ ਇੱਦਾਂ ਦਾ ਸਮਾਜ ਹੋਵੇ। ਸਾਡੀਆਂ ਲਿਖਤਾਂ 'ਚ ਇਹੀ ਚੀਜ਼ ਹੁੰਦੀ ਹੈ ਅਸਲ 'ਚ। ਤੁਸੀਂ ਮੁਹੱਬਤ ਦੀ ਕਵਿਤਾ ਲਿਖਦੇ ਹੋ, ਤੁਸੀਂ ਸਮਰਪਣ ਦੀ ਕਵਿਤਾ ਲਿਖਦੇ ਹੋ, ਤੁਹਾਨੂੰ ਕੀ ਲੱਗਦਾ ਕਿ ਮੈਨੂੰ ਉਹੀ ਮੁਹੱਬਤ ਮਿਲ ਰਹੀ ਹੈ ਜੋ ਮੈਂ ਲਿਖ ਰਹੀ ਹਾਂ, ਹੈ ਨਾ। ਖੁੱਲ੍ਹ ਗਏ ਸੀ ਬੂਹੇ ਕਿੰਨੀਆਂ ਖੈਰਾਂ ਦੇ, ਇਹ ਬਰਕਤ ਵੀ ਸਦਕੇ ਤੇਰੇ ਪੈਰਾਂ ਦੇ। ਉਹ ਕਿਸ ਦੇ ਪੈਰਾਂ ਦੀ ਬਰਕਤ ਹੈ, ਜ਼ਰੂਰੀ ਨਹੀਂ ਕਿ ਉਹ ਮੇਰੀ ਨਿੱਜੀ ਹੈ। ਮੈਂ ਚਾਹੁੰਦੀ ਹਾਂ ਕਿ ਕਿਸੇ ਦੇ ਪੈਰਾਂ ਦੀ ਐਸੀ ਬਰਕਤ ਹੋਵੇ, ਇਹ ਵੀ ਹੋ ਸਕਦਾ, ਜਾਂ ਮੈਂ ਕਿਸੇ ਹੋਰ ਦੀ ਤੱਕੀ ਹੋਵੇ, ਇਹ ਵੀ ਹੋ ਸਕਦਾ। ਸੋ ਸ਼ਬਦਾਂ ਦੀ ਤਾਕਤ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇੱਕ ਆਖਰੀ ਸਵਾਲ ਹੈ ਮੇਰਾ, ਮੈਂ ਇਹ ਜਾਣਨਾ ਚਾਹਾਂਗੀ ਕਿਉਂਕਿ ਜਦੋਂ ਦਾ ਇਹ ਕਿਸਾਨ ਦਾ ਧਰਨਾ ਦੇਖਿਆ ਸੀ, ਕਿਸਾਨ ਨੂੰ ਰੋਂਦੇ ਦੇਖਿਆ, ਜਾਂ ਜਦੋਂ ਦਾ ਇੱਕ ਪਿਤਾ ਨੂੰ ਇਸ ਤਰ੍ਹਾਂ ਵਰਡ ਹੁੰਦੇ ਦੇਖਿਆ, ਇਸ ਤਰ੍ਹਾਂ ਚਿੰਤਤ ਹੁੰਦੇ ਦੇਖਿਆ ਕਿ ਮੈਂ ਆਉਣ ਵਾਲੇ ਸਮੇਂ 'ਚ ਧੀ ਦੀ ਦਾਤ ਮੰਗਾ ਜਾਂ ਨਹੀਂ, ਤਾਂ ਉਸ ਨੂੰ ਇੱਕ ਲੇਖਕ ਕਿਸ ਤਰ੍ਹਾਂ ਡਿਸਕ੍ਰਾਈਬ ਕਰੇਗਾ? ਕਦੇ ਕਦੇ ਤਾਂ ਨਾ ਸੱਚੀ ਲੱਗਦਾ ਕਿ ਕੀ ਧੀਆਂ ਦਾ ਜੰਮਣਾ, ਹੈ ਨਾ। ਸ਼ਿਵ ਕੁਮਾਰ ਬਟਾਲਵੀ ਜੀ ਦੀ ਲੂਣਾ ਦੇ ਵਿੱਚ ਇਹਦੇ ਬਾਰੇ ਕੁਝ ਲਾਈਨਸ ਨੇ, ਮੈਨੂੰ ਐਗਜ਼ੈਕਟ ਨਹੀਂ ਯਾਦ, ਪਰ ਉਹਨਾਂ ਦਾ ਬੜਾ ਵਧੀਆ ਮੀਨਿੰਗ ਹੈ ਕਿ ਜੇ ਤੇ ਉਹ ਕਰੂਪ ਹੁੰਦੀ ਹੈ ਤਾਂ ਵੀ ਡਰ ਹੈ, ਵਿਆਹ ਨਹੀਂ ਹੋਣਾ। ਜੇ ਉਹ ਸੋਹਣੀ ਹੈ ਤਾਂ ਉਸ ਤੋਂ ਵੀ ਵੱਡਾ ਡਰ ਹੈ। ਜੇ ਵਿਆਹ ਕਰਦੇ ਹਾਂ ਤਾਂ ਹੋਰ ਵੀ ਵੱਡਾ ਡਰ ਹੈ, ਜੇ ਨਹੀਂ ਕਰਦੇ ਤਾਂ ਸਾਰੀ ਉਮਰ, ਯਾਨੀ ਕਿਸੇ ਪਾਸੇ ਵੀ ਕੁਝ ਨਹੀਂ। ਤਾਂ ਇਸ ਵਕਤ ਨਾ ਮੈਨੂੰ ਇਹ ਲੱਗਦਾ ਕਿ ਇਹ ਤਾਕਤ ਫਿਰ ਆਉਣੀ ਫਾਦਰ ਵੱਲੋਂ ਹੀ ਆ। ਫਾਦਰ ਆਪਣੇ ਬੇਟੇ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਸਕਦਾ। ਮੈਂ ਪਹਿਲਾਂ ਵੀ ਇੰਟਰਵਿਊ 'ਚ ਕਿਹਾ ਸੀ ਕਿ ਦੇਖੋ ਇੱਕ ਸ਼ੁਰੂਆਤ ਇਹ ਬਹੁਤ ਵੱਡੀ, ਆਪਾਂ ਕੁੜੀਆਂ ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਕੁੜੀਆਂ ਐਜੂਕੇਟ ਨਹੀਂ ਹੈ, ਇਹ ਵੀ ਨਹੀਂ ਕਹਿ ਸਕਦੇ, ਹੁਣ ਤਾਂ ਉਹ ਵੀ ਗਈ। ਅੱਗੇ ਆਪਾਂ ਆਖਦੇ ਸੀ ਕੁੜੀਆਂ ਨੂੰ ਬਰਾਬਰ ਪੜ੍ਹਾਓ ਜੀ ਫੇਰ ਇਹ ਸਮਾਜ ਦਾ, ਹੁਣ ਤੇ ਬਰਾਬਰ ਪੜ੍ਹ ਰਹੀਆਂ, ਵੱਧ ਵੀ ਪੜ੍ਹ ਰਹੀਆਂ ਨੇ। ਮੇਰਾ ਬ੍ਰਦਰ +2 ਹੈ, ਅਸੀਂ ਤਿੰਨੋਂ ਸਿਸਟਰਸ ਵੱਧ ਪੜ੍ਹੀਆਂ ਹੋਈਆਂ, ਉਹ ਆਰਮੀ 'ਚ ਚਲੇ ਗਏ, ਉਹ ਨਹੀਂ ਪੜ੍ਹੇ। ਤਾਂ ਹੁਣ ਤਾਂ ਕੁੜੀਆਂ ਵੱਧ ਪੜ੍ਹ ਰਹੀਆਂ ਨੇ, ਜੌਬ ਬਰਾਬਰ ਕਰ ਰਹੀਆਂ ਨੇ, ਫਿਰ ਵੀ ਹੱਕ ਉੱਥੇ ਹੀ ਨੇ। ਤਾਂ ਇੱਥੇ ਹੁਣ ਮੈਨੂੰ ਇਹ ਲੱਗਦਾ ਕਿ ਆਪਾਂ ਆਪਣੇ ਬੇਟਿਆਂ ਤੋਂ ਉੱਧਰ ਨੂੰ ਹੋਈਏ ਥੋੜ੍ਹਾ ਜਿਹਾ। ਮਾਵਾਂ ਨੂੰ, ਹਰ ਮਾਂ ਨੂੰ ਤਕਲੀਫ ਹੁੰਦੀ ਆ, ਮੈਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਰੇਪਿਸਟ ਦੀ ਮਾਂ ਨੂੰ ਵੀ ਤਕਲੀਫ ਹੁੰਦੀ ਹੋਊਗੀ, ਮੇਰੇ ਬੱਚੇ ਨੇ ਆ ਕੀਤਾ ਕੀ ਹੈ। ਲਾਨਤ ਤਾਂ ਦਿੰਦੀ ਹੋਊਗੀ, ਲਾਜ਼ਮੀ ਮਾਂ ਹੁੰਦੀ ਹੈ। ਹਾਂ, ਉਦੋਂ ਬਾਅਦ ਉਹਦੀ ਦੂਸਰੀ ਮਮਤਾ ਜਾਗਦੀ ਹੋ, ਭਾਵੇਂ ਉਹਨੂੰ ਪੱਲੇ ਹੇਠ ਲੁਕੋ ਲਵੇ, ਹੈ ਨਾ, ਬਟ ਫਿਰ ਵੀ ਉਹ ਲਾਨਤ ਤਾਂ ਦਿੰਦੀ ਹੋਏਗੀ, ਆਪਣੇ ਆਪ ਨੂੰ ਲਾਨਤ, ਆਪਣੀ ਪਰਵਰਿਸ਼। ਮੈਂ ਕਿੱਦਾਂ ਦੀ ਕੁੱਖ ਮੇਰੀ ਹੋਈ, ਮੈਨੂੰ ਯਾਦ ਨਹੀਂ ਆ ਰਿਹਾ। ਤਾਪਸੀ ਪੰਨੂ ਦੀ ਇੱਕ ਫਿਲਮ ਵੀ ਹੈ, ਇਸ 'ਤੇ ਸ਼ਾਰਟ ਫਿਲਮ ਹੈ, ਉਹ ਆਪਣੇ ਬ੍ਰਦਰ ਨੂੰ ਕਤਲ ਕਰਦੀ ਹੈ। ਉਹ ਜੇਲ੍ਹ 'ਚੋਂ ਛੁੱਟ ਕੇ ਆ ਜਾਂਦਾ ਪਰ ਆਪਣੇ ਬ੍ਰਦਰ ਨੂੰ ਕਤਲ ਕਰਦੀ ਹੈ। ਮੈਨੂੰ ਉਹ ਬਕਮਾਲ ਲੱਗੀ ਸੀ, ਨਾਮ ਮੈਨੂੰ ਪੂਰਾ ਧਿਆਨ 'ਚ ਨਹੀਂ ਹੈ ਉਹਦਾ। ਤਾਂ ਇਹ ਮੈਨੂੰ ਲੱਗਦਾ ਹੁਣ ਆਪਣੇ ਘਰਾਂ 'ਚ ਇਹ ਸ਼ੁਰੂ ਕਰੀਏ, ਐਦਾਂ ਦੇ ਲੈਕਚਰਸ ਦੇਣੇ ਸ਼ੁਰੂ ਕਰੀਏ, ਬਜਾਏ ਇਸ ਦੇ ਕਿ ਜਦੋਂ ਘਰੋਂ ਤੁਰਦੇ ਹਾਂ ਕਿ ਚੁੰਨੀ ਲੈ ਕੇ ਜਾਈ, ਆਹ ਨਾ ਕਰੀ, ਤੂੰ ਹਨੇਰੇ ਤੋਂ ਪਹਿਲਾਂ ਮੁੜ ਆਵੀਂ। ਉਹਦੀ ਬਜਾਏ ਹੁਣ ਆਪਾਂ ਮੁੰਡਿਆਂ ਨੂੰ ਕਹੀਏ ਕਿ ਕਾਕਾ ਜੀ ਤੁਸੀਂ ਟਾਈਮ ਨਾਲ ਮੁੜਨਾ, ਤੁਹਾਡੇ ਆਲੇ ਦੁਆਲੇ ਕੋਈ ਇੱਦਾਂ ਦਾ ਤਾਂ ਤੁਸੀਂ ਉਹਨਾਂ ਦੀ, ਅਸੀਂ ਆਪਣੀ ਭੈਣ ਪ੍ਰਤੀ ਤਾਂ ਬਹੁਤ ਰੱਖਦੇ ਹਾਂ ਵੀ ਨਾਲ ਦੁਕਾਨ 'ਤੇ ਵੀ ਜਾਣਾ ਤਾਂ ਬੇਟੇ ਚਲਾ ਜਾ ਦੀਦੀ ਨਾਲ, ਤੂੰ ਭੈਣ ਨਾਲ ਜਾ, ਹੈ ਨਾ, ਉਹ ਇਕੱਲੀ ਫੀਲ ਕਰੂ, ਇਹ ਇਕੱਲੀ ਕਿਵੇਂ ਸਿੱਖੂ। ਪਰ ਦੂਜੀਆਂ ਦੀਆਂ ਭੈਣਾਂ ਲਈ ਵੀ ਉਹਨਾਂ ਨੂੰ ਉਵੇਂ ਹੀ ਸਿਖਾਉਣਾ ਸ਼ੁਰੂ ਕਰੀਏ। ਜੇ ਮੰਨ ਲਓ ਇਹ ਹੋ ਜਾਂਦਾ ਕਿ ਰੇਪ ਵਾਲੇ ਦਾ ਕਦੇ ਨਾ ਕਦੇ, ਜੇ ਮੈਨੂੰ ਲੱਗਦਾ ਜਿੱਦਣ ਇਹ ਨਿਕਲ ਕੇ ਆ ਗਿਆ ਨਾ, ਇੱਕ ਮਾਂ ਨਿਕਲ ਕੇ ਆ ਗਈ ਕਿ ਮੇਰੇ ਬੱਚੇ ਨੇ ਆਹ ਗਲਤੀ ਕੀਤੀ ਹੈ, ਆਹ ਚੁਰਾਹੇ 'ਚ ਖੜਾ ਵੱਢ ਦਿਓ ਇੱਥੇ, ਉਦਣ ਤੋਂ ਬਦਲਾਅ ਸ਼ੁਰੂ ਹੋ ਜਾਣਾ। ਉਸ ਦਿਨ ਤੋਂ ਹੱਥਾਂ ਦੇ ਵਿੱਚ ਮੋਮਬੱਤੀਆਂ ਨਹੀਂ, ਉਸ ਦਿਨ ਤੋਂ ਜਦੋਂ ਅਸੀਂ ਇੱਕ ਮਾਂ ਨੇ ਕਹਿ ਦਿੱਤਾ ਕਿ ਇਹ ਇੱਕ ਸਜ਼ਾ ਦਾ ਪਾਤਰ ਹੈ, ਇਹਨੂੰ ਸਜ਼ਾ ਦਿਓ, ਬਦਲਾਅ। ਬਿਲਕੁਲ ਇੱਕ ਸਾਊਥ ਦੀ ਫਿਲਮ ਵੀ ਹੈ ਮੇਰੇ ਖਿਆਲ ਆਜੀ ਜਾਂ ਕੁਛ ਇਸ ਤਰ੍ਹਾਂ ਦਾ ਉਹਦਾ ਨਾਮ ਹੈ। ਉਹ ਜਿਹੜੀ ਦਾਦੀ ਹੁੰਦੀ ਆ ਉਹ ਬਦਲਾ ਲੈਂਦੀ ਆ ਆਪਣੀ ਛੋਟੀ ਜਿਹੀ ਬੱਚੀ ਨਾਲ ਹੋਏ ਰੇਪ ਦਾ। ਤਾਂ ਉਸ ਤਰ੍ਹਾਂ ਦੀਆਂ ਫਿਲਮਸ ਦਿਖਾਓ, ਉਸ ਤਰ੍ਹਾਂ ਦਾ ਸਾਹਿਤ ਸਾਹਮਣੇ ਲੈ ਕੇ ਆਓ, ਹੈ ਨਾ, ਤਾਂ ਉਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰੋ। ਮੈਂ ਕਾਲਜ ਦੇ ਵਿੱਚ, ਮੈਨੂੰ ਲੱਗਦਾ ਕਿ ਮੈਂ ਜਦੋਂ ਕਲਾਸ ਦੇ ਵਿੱਚ ਪੜ੍ਹਾਉਂਦੀ ਹਾਂ, ਮੈਂ ਅਕਸਰ ਹੁੰਦਾ ਕਿ ਇੱਦਾਂ ਦੀ ਗੱਲ ਕਰਦਿਆਂ ਮਨ ਭਰ
ਸਤਿਕਾਰ ਆਉਂਦਾ। ਤਾਂ ਮੈਂ ਆਪਣੇ ਬੱਚਿਆਂ ਨੂੰ ਸੰਵੇਦਨਸ਼ੀਲ ਕਰਨਾ ਚਾਹੁੰਦੀ ਹਾਂ। ਸਿੱਧੀ ਜੀ ਗੱਲ, ਅਸੀਂ ਕਹਿੰਦੇ ਹਾਂ ਕਿ ਮੁੰਡੇ ਲੈ ਮੁੰਡੇ ਇਮੋਸ਼ਨਲ, ਮੁੰਡਾ ਹੀ ਕੀ ਜਿਹੜਾ ਰੋ ਪਿਆ। ਮੈਂ ਕਹਿੰਦੀ ਉਹ ਮੁੰਡਾ ਹੀ ਕੀ ਜਿਹਦਾ ਇਹੋ ਜਿਹੀ ਗੱਲ 'ਤੇ ਵੀ ਮਨ ਨਾ ਭਰਿਆ, ਉਹਦੇ 'ਚ ਬੇਚੈਨੀ ਨਹੀਂ ਜਾਗੀ, ਉਹਨੂੰ ਕਿਉਂ ਨਹੀਂ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਨਾ। ਆਪਣੀ ਬੇਗਮ ਜਾਨ ਫਿਲਮ ਦੇ ਵਿੱਚ ਇੱਕ ਸੀਨ ਹੈ, ਉਹਦੇ ਵਿੱਚ ਵਿਦਿਆ ਬਾਲਨ ਦੀ ਫਿਲਮ ਹੈ ਕਿ ਪੁਲਿਸ ਵਾਲਾ ਕੋਠੇ ਵਾਲੀ ਨੂੰ ਮਤਲਬ ਉਹਨੂੰ ਆਖਦਾ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਹੈ ਨਾ ਰੇਪ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਉਸ ਕੋਠੇ ਵਾਲੀ ਦੀ ਛੋਟੀ ਜਿਹੀ ਬੇਟੀ ਹੁੰਦੀ ਹੈ, ਉਹ ਆਪਣੇ ਸਾਰੇ ਕੱਪੜੇ ਲਾ ਕੇ ਉਸ ਪੁਲਿਸ ਵਾਲੇ ਦੇ ਅੱਗੇ ਖੜ ਜਾਂਦੀ ਹੈ ਕਿ ਮੈਂ ਆਪਣੀ ਮਾਂ ਨੂੰ ਬਚਾਉਣੀ ਹਾਂ, ਤੂੰ ਰੇਪ ਕਰਨਾ ਤਾਂ ਮੇਰਾ ਕਰ। ਹੁਣ ਉਹ ਪੁਲਿਸ ਵਾਲਾ ਉੱਥੇ ਪਾਗਲ ਹੋ ਜਾਂਦਾ ਕਿਉਂਕਿ ਉਹਦੀ ਸੇਮ ਉਮਰ ਦੀ ਬੇਟੀ ਹੈ। ਉਹ ਮਤਲਬ ਇੱਕ ਟਾਈਮ 'ਤੇ ਇਹ ਕਹਿ ਲੈਂਦਾ ਵੀ ਨਹੀਂ ਬੇਟੀ ਤੂੰ ਕੱਪੜੇ ਪਾ, ਇਹ ਮੇਰੀ ਬੇਟੀ ਹੈ ਵੀ। ਤਾਂ ਮਤਲਬ ਚੀਜ਼ ਬਹੁਤ ਜ਼ਿਆਦਾ ਪਿੰਚ ਕਰਨ ਵਾਲੀ ਆ, ਉਸ ਚੀਜ਼ ਨੂੰ ਸਮਝਣ ਦੀ ਲੋੜ ਹੈ ਨਾ। ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਆਪਣੇ ਹਸਬੈਂਡਸ ਨੂੰ, ਤੁਸੀਂ ਆਪਣੇ ਭਰਾਵਾਂ ਨੂੰ ਅਹਿਸਾਸ ਦਿਵਾਓ ਕਿ ਇਹ ਮੈਂ ਆ, ਕੋਈ ਵੀ ਕੁੜੀ ਆ ਉਹ 'ਚ ਮੈਂ ਕਿਉਂ ਨਹੀਂ ਦਿਖਦੀ ਤੁਹਾਨੂੰ। ਜੇ ਤੁਸੀਂ ਇਹ ਆਖਦੇ ਹੋ ਜੀ ਹਰ ਕੁੜੀ 'ਚੋਂ ਮਹਿਬੂਬਾ ਦਿਖਦੀ ਆ, ਤਾਂ ਇਹ ਅਸੀਂ ਨਹੀਂ ਕਹਿੰਦੇ ਕਿ ਸਮਾਜ ਦੇ ਵਿੱਚ ਮੁਹੱਬਤ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ, ਪਰ ਮੁਹੱਬਤ ਦੇ ਵਿੱਚ ਵੀ ਸਤਿਕਾਰ ਪਹਿਲਾਂ ਹੁੰਦਾ ਸਭ ਤੋਂ ਪਹਿਲਾਂ। ਤਾਂ ਫਿਰ ਉਹੀ ਜਣਨ ਅੰਗ ਜਿਹੜਾ ਉਦੋਂ ਸੁੱਚੀ ਕੀ ਹੋ ਸਕਦੀ ਹੈ। ਧਰਤੀ ਜਿਹਨੂੰ ਅਸੀਂ ਕਹਿੰਦੇ ਅੰਨ ਉਗਾਉਂਦੀ ਹੈ, ਇਹ ਅੱਗੇ ਪੀੜ੍ਹੀਆਂ ਤੱਕ ਖਾਣ ਨੂੰ ਦਿੰਦੀ ਹੈ, ਤਾਂ ਕੁੱਖ ਤੋਂ ਵੱਡਾ ਹੋਰ ਸੁੱਚਾ ਕੀ ਹੋ ਸਕਦਾ ਹੈ ਨਾ। ਜੇ ਉਹਦੇ ਨਾਲ ਹੀ ਤੁਸੀਂ ਇਸ ਤਰੀਕੇ ਨਾਲ ਅੰਗ ਨੂੰ ਜਲਾ ਦੇਣਾ, ਤਾਂ ਉੱਥੇ ਤਾਂ ਤੁਹਾਡੀ ਮਾਨਸਿਕਤਾ, ਫਿਰ ਤਾਂ ਤੁਸੀਂ ਆਦੀਵਾਸੀ ਹੋ, ਉਹ ਵੀ ਚੰਗੇ ਹੋਣਗੇ ਮੈਨੂੰ ਲੱਗਦਾ, ਉਹ ਤਾਂ ਨਿਊਡ ਧਰਤੀ ਵੀ ਮੈਨੂੰ ਲੱਗਦਾ ਡਿਜ਼ਰਵ ਨਹੀਂ ਕਰਦੀ ਉਹਨਾਂ ਨੂੰ। ਤਾਂ ਮੇਨ ਗੱਲ ਤਾਂ ਸਖਤ ਸਜ਼ਾਵਾਂ ਨੇ ਹੈ ਨਾ। ਲੋਕਾਂ ਨੂੰ ਆਪਣੇ ਹੱਥ 'ਚ ਡਿਸੀਜ਼ਨ ਲੈ ਲੈਣੇ ਚਾਹੀਦੇ ਨੇ। ਚੰਗੇ ਕਰਦੇ ਨੇ। ਇੱਥੇ ਕਿਤੋਂ ਕਿਸੇ ਦਾ ਸੁਣਿਆ ਸੀ ਕਿ ਕੋਈ ਇਸ ਤਰ੍ਹਾਂ ਦਾ ਕੇਸ ਹੋਇਆ, ਉਹਨਾਂ ਨੇ ਆਪ ਕੁੱਟ ਕੇ ਮਾਰਤਾ, ਮੈਨੂੰ ਤਾਂ ਵਧੀਆ ਲੱਗਿਆ। ਹਾਲਾਂਕਿ ਇਹਦੇ ਨਾਲ ਸਮਾਜ ਦਾ ਤਵਾਜ਼ਨ ਵਿਗੜੂਗਾ ਹੈ ਨਾ, ਪਰ ਜਦੋਂ ਕੁਛ ਜਗ੍ਹਾਵਾਂ 'ਤੇ ਇਸ ਤਰ੍ਹਾਂ ਦੇ ਕੇਸ ਹੋਣਗੇ, ਇੱਕ ਡਰ ਤਾਂ ਬੈਠੂ ਨਾ ਘੱਟੋ ਘੱਟ। ਜਦੋਂ ਅਗਲੇ ਨੂੰ ਪਤਾ ਮੈਂ ਰੇਪ ਕੀਤਾ, ਮੈਂ ਗਾਇਬ ਹੋ ਗਿਆ, ਕੋਈ ਆ ਜਾਣਾ ਜੀ ਪਿੱਛੋਂ ਪਾਰਟੀ ਵਾਲਾ, ਵੱਡੇ ਨੇਤਾ ਨੇ ਹੈ ਨਾ, ਤਾਂ ਉਹਨਾਂ ਨੇ ਬਚਾ ਲੈਣਾ, ਫਿਰ ਤਾਂ ਕੋਈ ਮਾਇਨੇ ਨਹੀਂ, ਫਿਰ ਤਾਂ ਹੋ ਹੀ ਜਾਂਦਾ। ਸਿਮਰਨ ਜੀ, ਆਪਣੇ ਸਫ਼ਰ ਦੇ ਵਿੱਚ ਕਿੰਨੇ ਸਾਲਾਂ ਦਾ ਸਫ਼ਰ ਰਿਹਾ ਅਤੇ ਆਪਣੇ ਸਫ਼ਰ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ ਅਤੇ ਸਭ ਤੋਂ ਜ਼ਿਆਦਾ ਡਿਸਅਪੋਇੰਟਡ ਕਦੋਂ? ਇਹ ਮੈਨੂੰ ਨਹੀਂ ਪਤਾ ਕਿ ਮੈਂ ਇਹਨੂੰ ਮੇਰਾ ਔਗਣ ਕਹਿ ਸਕਦੀ ਹਾਂ ਜਾਂ ਮੇਰਾ ਗੁਣ ਕਹਿ ਸਕਦੀ ਹਾਂ। ਮੈਂ ਬੜੀ ਛੇਤੀ ਡਾਵਾਂ ਡੋਲ 'ਤੇ ਅੱਪ ਹੁੰਦੀ ਹਾਂ। ਮੇਰੇ ਘਰ ਦੇ ਵਿੱਚ ਇੱਕ ਨਵਾਂ ਮਨੀ ਪਲਾਂਟ ਦਾ ਪੱਤਾ ਵੀ ਖਿੜਿਆ ਅਤੇ ਮੈਂ ਨੱਚਣਾ ਸ਼ੁਰੂ ਕਰ ਦਿੰਦੀ ਹਾਂ ਕਿ ਜੀ ਇਹ ਅੱਗੇ ਵੱਧ ਪਈ ਆਪਣੀ ਵੇਲ ਹੈ ਨਾ। ਔਰ ਨਿੱਕੀ ਜਿਹੀ ਗੱਲ ਤੋਂ ਵੀ ਮੈਂ ਬਹੁਤ ਡੂੰਘਾ ਉਤਰ ਜਾਂਦੀ ਹਾਂ। ਇਹ ਮੈਨੂੰ ਉਹਦੇ 'ਚ ਉਭਰਨ 'ਤੇ ਕਿੰਨੇ ਦਿਨ ਲੱਗ ਜਾਂਦੇ ਨੇ। ਤਾਂ ਜਿਸ ਤਰ੍ਹਾਂ ਕੱਲ੍ਹ ਇੱਕ ਕੰਪੀਟੀਸ਼ਨ ਸੀ ਸਾਵਨ ਕੁਈਨ ਦਾ, ਕਾਫੀ ਵੱਡਾ ਉਹਨਾਂ ਦਾ ਫਿਨਾਲੇ ਸੀ, ਪਰ ਮੈਂ ਉਹਨਾਂ ਦੀ ਪੋਸਟ ਵੀ ਸ਼ੇਅਰ ਨਹੀਂ ਕਰ ਪਾਈ। 1.5 ਮਹੀਨੇ ਤੋਂ ਉਹਨਾਂ ਦਾ ਚੱਲਦਾ ਆ ਰਿਹਾ ਸੀ, ਅਤੇ ਮੈਂ ਇਹ ਸੋਚਦੀ ਸੀ ਕਿ ਚਲੋ ਮੈਂ ਹਫ਼ਤਾ 10 ਦਿਨ ਰਹਿੰਦਿਆਂ ਪੋਸਟ ਸ਼ੇਅਰ ਕਰਾਂਗੀ। ਪਰ ਇਹ ਕਿਸਾਨਾਂ ਦੇ ਧਰਨੇ 'ਤੇ ਜਦੋਂ ਰੇਪ ਵਾਲੀ ਹੋਈ, ਮੈਂ ਉਹਨਾਂ ਤੋਂ ਮਾफ़ੀ ਮੰਗ ਲਈ ਕਿ ਤੁਸੀਂ ਮੈਨੂੰ ਜੱਜਮੈਂਟ ਦਾ ਮੌਕਾ ਦਿੱਤਾ, ਜੱਜ ਬਣਾਇਆ, ਬਹੁਤ ਵੱਡਾ ਅਹੁਦਾ ਦਿੱਤਾ, ਇੰਨੀ ਮੁਹੱਬਤ, ਇੰਨਾ ਸਤਿਕਾਰ, ਪਰ ਮੈਂ ਕੀ ਕਰਾਂ, ਮੈਂ ਤਾਂ ਸ਼ੇਅਰ ਨਹੀਂ ਹੋ ਪਾ ਰਿਹਾ ਹੈ ਨਾ। ਇਹ ਨਹੀਂ ਕਿ ਤੁਸੀਂ ਜਿਉਂਦੇ ਨਹੀਂ, ਤੁਸੀਂ ਖਾਂਦੇ ਨਹੀਂ, ਤੁਸੀਂ ਪੀਂਦੇ ਨਹੀਂ, ਪਰ ਇੱਕ ਜਗ੍ਹਾ 'ਤੇ ਜਾ ਕੇ ਲੱਗਦਾ ਵੀ ਇਹ ਸੂਹਾ ਰੰਗ, ਇਹ ਚਾਹ ਹੈ ਨਾ, ਤੁਸੀਂ ਉਸ ਚੀਜ਼ ਦੇ ਹਾਂ ਉਹਦੇ ਮੌਕੇ ਅਨੁਸਾਰ ਤੁਰਨਾ ਵੀ ਤੁਸੀਂ ਜ਼ਿੰਦਗੀ ਛੱਡ ਨਹੀਂ ਸਕਦੇ। ਤਾਂ ਮੈਂ ਡੂੰਘਾਣ ਦੇ ਵਿੱਚ ਵੀ ਬਹੁਤ ਛੇਤੀ ਚਲੀ ਜਾਂਦੀ ਹਾਂ, ਪਰ ਖਿੜਨ ਦੇ ਮੌਕੇ ਵੀ ਤੁਹਾਡੇ ਕੋਲ ਬਹੁਤ ਜ਼ਿਆਦਾ ਆਉਂਦੇ ਨੇ, ਤੁਹਾਡੀ ਰੂਹ ਦੇ ਵਿੱਚ ਹੈ ਉਹ ਸਾਰੀਆਂ ਚੀਜ਼ਾਂ। ਔਰ ਜੇ ਮੈਂ ਇਸ ਸਫ਼ਰ ਦੀ ਗੱਲ ਕਰਾਂ ਸੁਮਨ ਜੀ, ਸਫ਼ਰ ਨੂੰ ਕੋਈ ਬਹੁਤਾ ਲੰਬਾ ਸਮਾਂ ਨਹੀਂ ਬੀਤਿਆ। ਲਿਖਣ ਦਾ ਸ਼ੌਂਕ ਨਿੱਜੀ ਪਹਿਲਾਂ ਸੀ, ਥੋੜ੍ਹਾ ਬਹੁਤਾ ਆਪਣੇ ਆਪ ਦੇ ਲਈ ਹੈ ਨਾ, ਹਰ ਇੱਕ ਦੀ ਲਾਈਫ 'ਚ ਉੱਦਾਂ ਦਾ ਆਉਂਦਾ। ਪੜ੍ਹਦੀ ਜ਼ਰੂਰ ਸਾਂ, ਉਦੋਂ ਇਹ ਨਹੀਂ ਸੀ ਪਤਾ ਇਹ ਗਜ਼ਲ ਹੁੰਦੀ ਹੈ, ਮੈਨੂੰ ਨਹੀਂ ਸੀ ਪਤਾ ਇਹ ਸੁਖਵਿੰਦਰ ਅੰਮ੍ਰਿਤ ਨੇ, ਇਹ ਬਰਜਿੰਦਰ ਚੌਹਾਨ ਨੇ, ਬੂਟਾ ਸਿੰਘ ਚੌਹਾਨ ਨੇ, ਉਹਨਾਂ ਨੂੰ ਮੈਂ ਹੁਣ ਮਿਲੀ ਹਾਂ। ਔਰ ਸਭ ਤੋਂ ਵਧੀਆ ਵੀ ਮੈਂ ਇਹੀ ਕਹਿ ਸਕਦੀ ਹਾਂ ਮੇਰੀ ਲਾਈਫ 'ਚ ਕਿ ਮੈਂ ਜਿਨ੍ਹਾਂ ਨੂੰ ਪੜ੍ਹਿਆ, ਜਿਨ੍ਹਾਂ ਦੇ ਸ਼ੇਅਰ ਮੈਂ ਉਦੋਂ ਲਾਇਬ੍ਰੇਰੀ 'ਚੋਂ ਕਾਪੀ ਕਰਕੇ ਅਤੇ ਮੈਂ ਆਪਣੀ ਡਾਇਰੀ 'ਚ ਹਜੇ ਤੱਕ ਸਾਂਭੇ ਹੋਏ ਨੇ। ਨੀਚੇ ਲਿਖਿਆ ਹੁੰਦਾ ਸੀ ਕਿ ਬਰਜਿੰਦਰ ਚੌਹਾਨ, ਸੁਖਵਿੰਦਰ ਅੰਮ੍ਰਿਤ। ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਫੇਸਬੁੱਕ 'ਤੇ ਫੋਲੋ, ਉਹਨਾਂ ਨਾਲ ਬੈਠ ਕੇ ਅੱਜ ਬੋਲਣਾ ਹੈ ਨਾ, ਉਹਨਾਂ ਵੱਲੋਂ ਹੱਲਾਸ਼ੇਰੀ ਮਿਲਣੀ ਬਹੁਤ ਜ਼ਿਆਦਾ ਵੱਡੀ। ਮੈਂ ਉਸ ਵਕਤ ਦਾ ਮਾਣ ਕਦੇ ਵੀ ਨਹੀਂ ਇਸ ਚੀਜ਼ ਨੂੰ ਕਰ ਸਕਦੀ। ਉਸ ਤੋਂ ਵੀ ਵੱਡਾ ਮਾਣ ਜਦੋਂ, ਜਿਸ ਤਰ੍ਹਾਂ ਤੁਸੀਂ ਮੇਰੀਆਂ ਲਾਈਨਾਂ ਬੋਲੀਆਂ ਨੇ, ਜਦੋਂ ਕੋਈ ਇੱਦਾਂ ਦੀ ਗੱਲ ਆ ਕੇ ਕਹਿੰਦਾ ਕਿ ਸਿਮਰਨ ਤੁਹਾਡੀ ਆਹ ਚੀਜ਼ ਟੁੰਬ ਗਈ ਹੈ ਨਾ, ਆਪਾਂ ਆਖਦੇ ਹਾਂ ਕਿ ਇਕੱਲੀ ਵਾਹ ਦੇ ਨਾਲ ਨਹੀਂ, ਕਿਸੇ ਦੇ ਆਖਣ ਨਾਲ ਨਹੀਂ, ਕਿਸੇ ਦੀ ਚੁੱਪ ਦੇ ਵਿੱਚੋਂ ਵੀ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ, ਤਾਂ ਉਹ ਬਹੁਤ ਵੱਡੀ ਚੀਜ਼ ਹੈ। ਤਾਂ ਮੈਨੂੰ ਉਹ ਜਦੋਂ ਮਿਲਦੀ ਹੈ ਤਾਂ ਉਦੋਂ ਐਂ ਲੱਗਦਾ ਵੀ ਕਈ ਵਾਰ ਬੈਠ ਕੇ ਸੋਚੀਦਾ ਕਿ ਕੁਛ ਹੈਗੇ ਆ ਵੀ। ਇਹ ਸਵਾਲ ਮਨ 'ਚ ਆਉਂਦਾ ਵੀ ਇਹ ਸਿਮਰਨ ਅਕਸ ਕੌਣ ਹੈ, ਮੇਰੇ ਅੰਦਰੋਂ ਕੌਣ ਬੋਲਦਾ, ਮੇਰੇ ਅੰਦਰੋਂ ਕੌਣ ਲਿਖਦਾ। ਇਹ ਮੁਹੱਬਤ ਇੰਨੀ ਜ਼ਿਆਦਾ, ਇਹਨੂੰ ਕਿੱਥੇ ਸਾਂਭਾਂਗੀ। ਆਪਣੇ ਅੰਮ੍ਰਿਤਾ ਪ੍ਰੀਤਮ ਜੀ ਦਾ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦਾ ਜ਼ਿਕਰ ਸੀ ਕਿ ਕੋਈ ਪਾਕਿਸਤਾਨ ਤੋਂ ਆ ਰਿਹਾ ਸੀ। ਜਦੋਂ ਆ ਰਹੇ ਸੀ ਤਾਂ ਉਹਨਾਂ ਨੂੰ ਇੱਕ ਰੇਹੜੀ ਵਾਲੇ ਨੇ ਰੋਕਿਆ ਕਿ ਤੁਸੀਂ ਭਾਰਤ ਜਾ ਰਹੇ ਹੋ? ਉਹ ਕਹਿੰਦੇ ਹਾਂਜੀ, ਦਿੱਲੀ ਜਾ ਰਹੇ ਹਾਂ। ਤੁਸੀਂ ਕਹਿੰਦੇ ਅੰਮ੍ਰਿਤਾ ਪ੍ਰੀਤਮ ਨੂੰ ਮਿਲੋਗੇ? ਕਹਿੰਦੇ ਹਾਂਜੀ। ਕਹਿੰਦੇ ਆ ਮੇਰੇ ਵੱਲੋਂ ਕੇਲੇ ਲੈ ਜਾਓ। ਕੁਛ ਦਰਜਨਾਂ ਕੇਲੇ ਦਿੱਤੇ ਵੀ ਇਹ ਅੰਮ੍ਰਿਤਾ ਪ੍ਰੀਤਮ ਨੂੰ ਮੇਰੇ ਵੱਲੋਂ ਦੇ ਦਿਓ। ਤਾਂ ਅੰਮ੍ਰਿਤਾ ਪ੍ਰੀਤਮ ਕਹਿੰਦੇ ਕਿ ਉਹ ਮੁਹੱਬਤ ਮੈਂ ਕਿੱਥੇ ਸਾਂਭ ਕੇ ਰੱਖਾਂ
ਹੈ ਨਾ। ਇਹੀ ਚੀਜ਼ ਮੈਂ ਕਹਿੰਦੀ ਹਾਂ ਕਿ ਸਭ ਤੋਂ ਵੱਡਾ ਉਹੀ ਸਮਾਂ ਹੁੰਦਾ ਜਦੋਂ ਮੈਨੂੰ ਲੱਗਦਾ ਕਿ ਸੱਚੀ ਮੈਂ ਇਸ ਮੁਹੱਬਤ ਦੇ ਲਾਇਕ ਹਾਂ। ਜੇ ਹਾਂ ਤਾਂ ਪਰਮਾਤਮਾ ਮੈਨੂੰ ਇਹ ਬਣਾ ਕੇ ਰੱਖੇ, ਜਿਸ ਦਿਨ ਮੈਂ ਆਪਣੇ ਉਹਦੇ ਤੋਂ ਗਿਰ ਗਈ, ਮੈਂ ਨੀਵੀਂ ਹੋ ਗਈ, ਮੈਂ ਕਿਸੇ ਪਾਸੇ ਤੁਲ ਗਈ, ਤਾਂ ਉਸ ਦਿਨ ਮੈਂ ਸਿਮਰਨ ਅਕਸ ਨਹੀਂ ਰਹਿਣਾ। ਤੇ ਮੈਂ ਦੂਜਿਆਂ ਨੂੰ ਵੀ ਕਹੂੰਗੀ ਉਸ ਦਿਨ ਸਿਮਰਨ ਅਕਸ ਨੂੰ ਸਿਮਰਨ ਅਕਸ ਨਾ ਰੱਖਣ। ਪਰ ਅਸੀਂ ਕਦੇ ਉਹ ਦਿਨ ਦੇਖਣਾ ਨਹੀਂ ਚਾਹੁੰਦੇ, ਅਸੀਂ ਸਿਮਰਨ ਅਕਸ ਨੂੰ ਸਿਮਰਨ ਅਕਸ ਹੀ ਦੇਖਣਾ ਚਾਹੁੰਦੇ। ਬਿਲਕੁਲ ਬਿਲਕੁਲ, ਇਹ ਕਦੇ ਮੈਨੂੰ ਲੱਗਦਾ ਕਿ ਉਦੋਂ ਬਾਅਦ ਤਾਂ ਫਿਰ ਜ਼ਮੀਰ ਤੋਂ ਬਾਅਦ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ। ਜੀ ਮੈਨੂੰ ਲੱਗਦਾ ਤੁਹਾਡੇ ਇੰਨੇ ਖੂਬਸੂਰਤ ਵਿਚਾਰ ਜਿਹੜੇ ਸਾਂਝੇ ਕੀਤੇ ਨੇ, ਉਸ ਤੋਂ ਬਾਅਦ ਮੇਰਾ ਬੋਲਣਾ ਕੁਝ ਰਹਿ ਨਹੀਂ ਜਾਂਦਾ। ਮੇਰੇ ਕੋਲ ਸ਼ਬਦਾਂ ਦੀ ਅੱਜ ਕਮੀ ਹੈ, ਕਿਉਂਕਿ ਜੋ ਅੱਜ ਮੈਂ ਸੁਣਨਾ ਚਾਹੁੰਦੀ ਸੀ, ਜੋ ਅੱਜ ਮੈਂ ਕਨਵੇ ਕਰਨਾ ਚਾਹੁੰਦੀ ਸੀ, ਜੋ ਤੁਹਾਨੂੰ ਸੁਣਾਉਣਾ ਚਾਹੁੰਦੀ ਸੀ, ਮੇਰਾ ਉਹ ਮਕਸਦ ਪੂਰਾ ਹੋ ਚੁੱਕਾ ਹੈ। ਤਾਂ ਸਿਰਫ ਜਾਣ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ, ਆਪਣੇ ਵਿਚਾਰ ਸਾਂਝੇ ਕੀਤੇ ਨੇ। ਸਿਮਰਨ ਅਕਸ ਕਿਤਾਬਾਂ ਜਿਹੀ ਕੁੜੀ, ਉਹ ਵਿਚਾਰ ਜਿਹੜੇ ਮੇਰੀ ਕੋਸ਼ਿਸ਼ ਸੀ ਕਿ ਮੈਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂ, ਵਿਊਅਰਸ ਤੱਕ ਪਹੁੰਚਾਵਾਂ। ਇੱਕ ਵਾਰ ਜ਼ਰੂਰ ਸੁਣਿਓ ਇਸ ਇੰਟਰਵਿਊ ਨੂੰ, ਸੁਣਾਇਓ ਵੀ ਜ਼ਰੂਰ। ਇਹ ਵਿਚਾਰ ਸਾਂਝੇ ਹੋਣੇ ਬਹੁਤ ਜ਼ਰੂਰੀ ਨੇ, ਇਹ ਵਿਚਾਰ ਅੱਜ ਹਰ ਵਿਅਕਤੀ ਦੇ ਕੰਨਾਂ ਦੇ ਵਿੱਚ ਪੈਣੇ ਬਹੁਤ ਜ਼ਰੂਰੀ ਨੇ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਬਰਨਾਲਾ।